हाँ जी। 12 ਮਹੀਨਿਆਂ ਦੁਆਰਾ ਉਪਦੇਸ਼ ਪੰਜਵੇਂ ਸਤਿਗੁਰੂ ਸਾਹਿਬ ਜੀ ਮਾਝਾਂ ਲੋਕ ਗਾਇਆ ਕਰਦੇ ਸਨ। ਜਿਵੇਂ ਆਮ ਸੰਸਾਰ ਦੇ ਇੱਕ ਗੀਤ ਨੇ ਉਹ ਵੀ ਰਾਗ ਉਪਰਾਗ ਬਣ ਜਾਂਦੇ ਹੈ। ਇਸ ਤਰ੍ਹਾਂ ਇਹ ਖਸ਼ਟ ਰਾਗਾਂ ਦੇ ਵਿੱਚ ਮਾਝ ਨਹੀਂ ਹੈ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਆਮ ਸੰਸਾਰਿਕ ਰੀਤੀਆਂ ਦੇ ਵਿੱਚ ਜਦੋਂ ਕਿਸੇ ਦਾ ਵਿਆਹ ਹੁੰਦਾ ਘੋੜੀ ਚੜ੍ਹਦੇ ਨੇ, ਉਹ ਘੋੜੀਆਂ ਗਾਈਆਂ ਗਾਣੀਆਂ ਟੱਪੇ ਜਿਹੇ ਬਣਾ ਕੇ ਆਪਣੇ ਜਾਂ ਹੋਰ ਜਾਂ ਸੰਤ ਇਸੇ ਤਰ੍ਹਾਂ ਸਮਝ ਲਓ ਸਤਿਗੁਰੂ ਸਾਹਿਬ ਜੀ ਨੇ ਉਸ ਲੈ ਸੁਰ ਜਾਂ ਉਹਨਾਂ ਵਿਚਾਰਾਂ ਨੂੰ ਰੱਖ ਕੇ ਤੇ ਇਹਦੇ ਵਿੱਚ 12 ਮਹਾ ਮਾਝ ਮਹੱਲਾ ਪੰਜਵਾਂ ਘਰ ਘਰ ਚੌਥਾ। ਘਰ ਚੌਥਾ। ਹੁਣ ਰਾਗ ਦੇ ਵਿੱਚ ਹੈਗੇ ਘਰ। ਘਰ ਹੁੰਦਾ ਹੈ ਜਿਸ ਟਿਕਾਣੇ ਦੇ ਉੱਤੇ ਘਰ ਹੁੰਦਾ ਨਾ, ਆਪਣਾ ਮੇਰਾ ਘਰ ਇੱਥੇ, ਮੈਂ ਇੱਥੇ ਰਹਿਣਾ। ਫਿਰ ਰਾਗਾਂ ਦੇ ਵੀ ਅੱਗੇ ਗਾਇਨ ਦੇ ਇੱਕ ਇੱਕ ਰਾਗ ਦੇ ਭੇਦ ਹਨ। ਸੁਰ ਤਾਲ ਦੇ ਇੱਕ ਆਪਣੇ ਸੁਰ ਹੁੰਦੇ ਜਿਹੜੇ ਆਪਣੇ ਬਾਜੇ ਤੇ ਤਾਲ ਹੁੰਦੇ ਆ, ਜੋੜੀ ਦੀ ਗਤਾਂ ਜਿਹੜੀ ਉਹ ਵੱਜਦੇ ਨੇ, ਉਹਨਾਂ ਦੇ ਅਨੁਸਾਰ ਉਹਨਾਂ ਟਿਕਾਣਿਆਂ ਦੇ ਉੱਤੇ ਗਾਇਆ ਜਾਵੇ ਤੇ ਉਹ ਹੁੰਦਾ ਘਰ, ਜਿਸ ਨੂੰ ਫਾਰਸੀ ਦੇ ਵਿੱਚ ਮੁਕਾਮ ਕਹਿੰਦੇ, ਟਿਕਾਣਾ। ਉਹ ਬਹੁਤ ਇੱਕ ਇੱਕ ਰਾਗ ਦਾ ਬਹੁਤ ਲੰਬਾ ਚੌੜਾ ਵਿਸਤਾਰ ਹੈ। ਮਾਝ ਮਹਲ ਬਾਜ 12 ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਆਸ਼ਾ ਕੀ ਹੈ, ਮਜ਼ਮੂਨ ਕੀ ਹੈ? ਪਰਮਾਰਥ ਦੇ ਵਿਚਾਰ ਹੈ, ਪਰਮ ਅਰਥ, ਪਰਮ ਪ੍ਰਯੋਜਨ, ਗੌਣ ਪ੍ਰਯੋਜਨ, ਇਤਿਆਦਿਕ ਬ੍ਰਹਮ ਵਿਦਿਆ ਦੇ ਸ਼ਬਦਾਂ ਦੀ ਘਾੜਤ ਬਣਤਰ ਹੈ। ਜਿਹੜੇ ਵਿਦਵਾਨ ਤਾਂ ਸਮਝ ਸਕਦੇ ਹੈ, ਪਰ ਆਮ ਸੰਗਤਾਂ ਦੇ ਵਿੱਚ ਇਹ ਸੰਪਰਦਾ ਦੀ ਰੀਤੀ ਦੇ ਅਨੁਸਾਰ ਉਹ ਕੰਮ ਕਰੋ ਜਿਹੜਾ ਸਾਰਿਆਂ ਨੂੰ ਸਮਝ ਆਵੇ। ਤੇ ਕਈ ਐਸੀਆਂ ਵਿਚਾਰਾਂ ਨੇ ਜਿਹੜੀਆਂ ਸੰਕੇਤਕ ਹੈ ਉਹ ਬਦਲਦੀਆਂ ਨਹੀਂ, ਉਹ ਕਹਿਣੀਆਂ ਹੀ ਪੈਂਦੀਆਂ। ਉਹ ਹੌਲੀ ਹੌਲੀ ਸੰਗਤ ਕਰਦੇ ਆ ਫਿਰ ਸਮਝ ਜਾਂਦਾ ਬੰਦਾ। ਸੋ ਇਹਦੇ ਵਿੱਚ ਇਹ ਤਾਂ ਹੈਗਾ ਆਸ਼ਾ, ਤੇ ਅੱਗੇ ਹੈਗਾ ਆਪਣੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਵੀ ਵਾਹਿਗੁਰੂ ਪਰਮੇਸ਼ਰ ਦਾ ਹੀ ਜਸ ਕਰਨਾ, ਉਸ ਦੀ ਵਿਚਾਰ ਹੈ, ਉਸ ਦੀ ਪ੍ਰਾਪਤੀ ਕਰਨੀ ਹੈ। ਉਹ ਸਾਰੇ ਗੁਰਬਾਣੀ ਦੇ ਵਿੱਚ ਇਹ ਪ੍ਰਸਿੱਧ ਹੈ ਤੇ ਇਹਨੂੰ ਮੰਗਲ ਵੀ ਕਹਿ ਦਿੰਦੇ ਹੈ। ਮੰਗਲ ਹੁਣ ਸਮਝਣ ਦੀ ਲੋੜ ਹੈ। ਮੰਗਲ ਜਿਹੜਾ ਸ਼ਬਦ ਹੈ ਇਹ ਜੇ ਤੋਂ ਖੁਸ਼ੀ ਪ੍ਰਗਟ ਹੋਵੇ, ਖੁਸ਼ ਹੋ ਜਾਏ, ਪ੍ਰਸੰਨ ਹੋ ਜਾਏ। ਤੇ ਖੁਸ਼ੀ ਜੇ ਕੋਈ ਵਿਘਨ ਹੋਵੇ ਭਾਈ ਉਹਦੇ ਵਿੱਚ ਪਿਆ ਹੋਇਆ, ਰੁਕਾਵਟ ਹੋਵੇ ਤਾਂ ਉਹ ਦੂਰ ਹੋਊਗੀ ਤੇ ਫੇਰ ਹੀ ਖੁਸ਼ੀ ਹੈ। ਜੇ ਅਸੀਂ ਰਸਨਾ ਤੋਂ, ਵਾਕ ਇੰਦਰੀਏ ਤੋਂ ਗੱਲਬਾਤ ਬੋਲਦੇ ਹਾਂ ਤੇ ਉਹ ਸਾਫ਼ ਹੋਵੇ, ਜ਼ੁਬਾਨ ਰੋਗੀ ਨਾ ਹੋਵੇ, ਕਿਉਂ ਕੰਨਾਂ ਦੇ ਵਿੱਚ ਮੈਲ ਨਾ ਹੋਵੇ ਤੇ ਗੱਲ ਸੁਣੇ ਫੇਰ ਹੀ ਖੁਸ਼ੀ ਹੁੰਦਾ, ਉਹ ਵੀ ਅਨੁਕੂਲ ਦੀ ਖੁਸ਼ੀ। ਇਸ ਕਰਕੇ ਜਿਹੜਾ ਦੋਸ਼ਾਂ ਨੂੰ ਨਾਸ਼ ਕਰਨ ਵਾਲਾ ਔਰ ਖੁਸ਼ੀ ਪ੍ਰਗਟ ਕਰਨ ਵਾਲੇ ਐਸੇ ਸ਼ਬਦ ਵਿਚਾਰ ਜਿਹੜੇ ਨੇ ਉਹਨਾਂ ਨੂੰ ਮੰਗਲ ਕਹਿੰਦੇ, ਜਿਨ੍ਹਾਂ ਦਾ ਸੂਤਰ ਰੂਪ ਦੇ ਵਿੱਚ ਵਿਦਵਾਨਾਂ ਨੇ ਇਹ ਬਣਾ ਲਿਆ ਕਿ ਦੋਸ਼ ਪ੍ਰਦੰਸਕਤਵੰ ਮੰਗਲਤ। ਤੇ ਦੋਸ਼ ਕਿਹਨੂੰ ਕਹਿੰਦੇ? ਜਿਹੜਾ ਕਾਰਜ ਵਿਘਾਤਕਤਵੰ ਦੋਸ਼ਤਵੰ। ਤੇ ਉਹ ਮੰਗਲ ਖੁਸ਼ੀਆਂ ਦਾ ਖੁਸ਼ੀ, ਸਾਰੇ ਆਨੰਦਾਂ ਦਾ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਉਸ ਖੁਸ਼ੀ ਜਿਹੜੀ ਹੈ ਉਸ ਦੀ ਮਰਜ਼ਾਦਾ ਅਨੁਸਾਰ ਉਸ ਮਰਜ਼ਾਦਾ ਵਿੱਚ ਚੱਲਿਆ ਨਾਮ ਜਪੇ ਤੇ ਉਹ ਉਹਦੇ ਨੇੜੇ ਲੈ ਜਾਂਦਾ ਹੈ, ਉਹਦੇ ਵਿੱਚ ਹੀ ਲੀਨ ਕਰ ਦਿੰਦਾ ਹੈ ਤੇ ਉਹ ਖੁਸ਼ ਰੂਪ ਹੋ ਜਾਂਦਾ ਹੈ। ਤੇ ਉਹ ਮੰਗਲ ਜਿਹੜਾ ਹੈ 3 ਪ੍ਰਕਾਰ ਦਾ ਆਮ ਪ੍ਰਸਿੱਧ ਹੈ। ਚੌਥੀ ਪ੍ਰਕਾਰ ਦਾ ਵੀ ਵਿਦਵਾਨਾਂ ਨੇ ਕਿਹਾ, ਉਹ ਹੈ ਆਪਣੇ ਇਹ ਮੰਤਰ ਵੀ ਹੈ ਤੇ ਮੰਗਲ ਰੂਪ ਵੀ ਹੈ।
ਮੰਤਰ ਤਾਂ ਜਿਹਦੇ ਵਿੱਚ ਕੋਈ ਐਸੀ ਸਿੱਖਿਆ ਜਪਣ ਵਾਸਤੇ ਜਾਂ ਹੋਰ ਸਿੱਧ ਕਰਨ ਵਾਸਤੇ ਗੁੰਥਨ ਕੀਤੀ ਉਹਨੂੰ ਮੰਤਰ ਕਹਿ ਦਿੰਦੇ ਆ ਕਿ ਇਹ ਜਪੋ, ਉਹਨੂੰ ਸਿੱਧ ਕਰੋ। ਸੋ ਉਹ ਹੈਗਾ ਮੰਗਲ। ਤੇ ਇੱਕ ਤਾਂ ਹੈਗਾ ਵਸਤੂ ਨਿਰਦੇਸ਼। ਵਸਤੂ ਨਾਮ ਹੈ ਨਿਰਗੁਣ ਜਾਂ ਸਰਗੁਣ ਦਾ। ਨਿਰਦੇਸ਼ ਨਾਮ ਨਿਰਵਿਸ਼ੇਸ਼ ਕਰਕੇ ਜਿਸ ਦੇ ਵਿੱਚ ਉਹ ਉਸ ਦਾ ਨਿਰਣੇ ਪੂਰਵਕ ਜਸ ਹੋਵੇ, ਉਹ ਹੈ ਸਰਗੁਣ ਤੇ ਨਿਰਗੁਣ ਵਸਤੂ। ਵਸਤੂ ਨਿਰਦੇਸ਼ ਮੰਗਲ ਹੈ। ਤੇ ਦੂਸਰਾ ਆਪਣੇ ਨਮਸਕਾਰ ਆਤਮਿਕ ਰੂਪ ਮੰਗਲ ਹੈ, ਜਿਹਦੇ ਵਿੱਚ ਨਮਸਕਾਰ ਹੋਵੇ। ਤੇ ਤੀਸਰਾ ਹੈ ਅਸ਼ੀਰਵਾਦ, ਜਿਹਦੇ ਵਿੱਚ ਜਸ ਵੀ ਹੋਵੇ, ਵਾਹਿਗੁਰੂ ਦੇ ਗੁਣਾਂ ਦਾ ਵੀ ਗਾਇਨ ਹੋਵੇ ਤੇ ਮੰਗ ਵੀ ਹੋਵੇ, ਮਹਾਰਾਜ ਕਿਰਪਾ ਕਰੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂਗਾ। ਇਹ ਹੁਣ ਤੁਸੀਂ ਦੇਖ ਲਿਓ ਅਜ਼ਮਾ ਕੇ ਵੀ ਇਹ ਕਿਹੜਾ ਮੰਗਲ ਹੈ। ਅਸ਼ੀਰਵਾਦ ਆਤਮਿਕ ਰੂਪ ਹੈ। ਅੱਗੇ ਹੈ ਚੌਥਾ, ਉਹ ਥੋੜਾ ਹੋਰ ਸੂਖਮ ਹੈ, ਉਹ ਆਤਮਿਕ ਚਿੰਤਨ ਹੈ। ਆਤਮਾ ਪ੍ਰਾਤਮਾ ਏਕੋ ਕਰ ਹੈ, ਅੰਤਰ ਕੀ ਦੁਬਦਾ ਅੰਤਰ ਬਨ ਹੈ। ਉਹ ਇੱਕ ਸਵਾਲੇ ਸਮਝਣ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਪ੍ਰਮਾਣ ਦਿੱਤਾ ਜਾਂਦਾ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰਾਂ। ਡੰਡੌਤ ਹੋ ਗਈ ਵੀ ਅਸ਼ਟਾਂਗ ਕਰਕੇ ਉਸ ਦੀ ਨਮਸਕਾਰ ਕਰਨੀ, ਬੰਧਨ ਅਨਕਬਾਰ ਏਕਾਂ ਬਾਰੀ, ਸਰਬ ਕਲਾ ਸਮਰੱਥ ਹੋ ਗਿਆ ਹੋ ਸਰਗੁਣ ਸਰੂਪ। ਤੇ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ, ਕਿ ਡੋਲਣ ਤੋਂ ਮਹਾਰਾਜ ਸਾਨੂੰ ਬਚਾ ਲਓ। ਮਨ ਡੋਲਦਾ ਰਹਿੰਦਾ ਹੈ, ਭਰਦਾ ਰਹਿੰਦਾ ਹੈ। ਅੱਖੀ ਵੇਖ ਨ ਰਜੀਏ ਬਹੁ ਰੰਗ ਤਮਾਸ਼ੇ, ਇਹ ਕੰਨ ਉਸਤ ਨਿੰਦਾ ਵੱਲੋਂ ਨਹੀਂ ਹਟਦੇ। ਮਨ ਡੋਲਦਾ ਵੀ ਉਹ ਚੀਜ਼ ਮਿਲੇ, ਉਹ ਚੀਜ਼ ਮਿਲੇ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਿੱਧਾ ਅਰਥ ਹੈ ਵੀ ਆਪ ਕਿਰਪਾ ਦਾ ਹੱਥ ਦੇ ਕੇ ਰੱਖੋ। ਪਰ ਉਹਨਾਂ ਨੇ ਕਿਹਾ ਵੀ ਕਿਵੇਂ ਹੱਥ ਨਾਮ ਹੱਥ ਦਾ, ਕਰਨਾ ਵੀ ਹੱਥ ਦਾ, ਜਿਵੇਂ ਹੱਥ ਤੇ ਹੱਥ ਰੱਖਿਆ ਹੁੰਦਾ ਨਾ, ਇਸ ਤਰ੍ਹਾਂ ਉਸ ਪਰਮਾਤਮਾ ਦਾ ਪ੍ਰਤੱਖ ਰੂਪ ਕਰਕੇ ਜੋ ਚਿੰਤਨ ਹੈ ਉਹ ਹੈ ਆਪਣੇ ਆਤਮਿਕ ਚਿੰਤਨ ਰੂਪ ਮੰਗਲ। ਇਉਂ ਇੱਥੋਂ ਇਹ ਬਾਣੀ ਸ਼ੁਰੂ ਹੁੰਦੀ, ਇਸ ਕਰਕੇ ਥੋੜ੍ਹੇ ਜਿਹੇ ਵਿਸਤਾਰ ਦੇ ਨਾਲ ਇਹ ਚੀਜ਼ ਕਹੀ ਜਾਏ। ਤੇ ਫਿਰ ਨਾਮ ਜਪਣ ਵਾਸਤੇ ਵੀ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਦੱਸਿਆ। ਸੋ ਇਹ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਥੇ ਇੱਕ ਓਂਕਾਰ ਤਾਂ ਜਿਵੇਂ ਜਪਜੀ ਸਾਹਿਬ ਸ਼ੁਰੂ ਹੁੰਦਾ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਤੇ ਇਹਦੇ ਉੱਤੇ ਇਹ ਹੈ ਵੀ ਉਹਦਾ ਇਹਦੇ 3-4 ਰੂਪ ਨੇ। ਜਪ ਤੋਂ ਪਹਿਲਾਂ ਦੇ ਇੱਕ ਤਾਂ ਹੈਗਾ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਦੂਜਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਤਿਆਦਿਕ ਇਹਦੇ ਵਿੱਚ ਤੇ ਇਹਦਾ ਵੀ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਹੀ ਉਹ ਸਾਰਿਆਂ ਨੂੰ, ਸਾਰਿਆਂ ਦੀਆਂ ਬੁੱਧੀਆਂ ਨੂੰ ਗਿਆਨ ਦੇਣ ਵਾਲਾ ਹੈ, ਪ੍ਰਕਾਸ਼ਕ ਹੈ, ਪ੍ਰਗਟ ਕਰਨ ਵਾਲਾ ਹੈ। ਅਸੀਂ ਪਾਂਤਿਕ ਪ੍ਰਾਇ ਦਾ ਰੂਪ ਹੈ, ਅਸੀਂ ਬਹੁਤ ਬਹੁਤ ਉਹਦੇ ਵਿਚਾਰ ਹਨ ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੋ ਇੱਕ ਓਂਕਾਰ ਉਹੀ ਸਤਿਗੁਰੂ ਹੈ, ਜਿਵੇਂ ਅੱਗੇ ਵਿਚਾਰ ਹੋ ਚੁੱਕੇ, ਇਸ ਲਈ ਉਹੀ ਹੈ। ਹੋਰ ਅੱਗੇ ਦੱਸਣ ਵਾਸਤੇ ਵੀ ਸੁਖਾਲਾ ਰੂਪ ਕਰਕੇ ਉਹ ਭੇਜ ਦਿੰਦਾ ਉਹਨਾਂ ਨੂੰ ਵੀ, ਜੇ ਗੁਰੂ ਪਦਵੀ ਜਾਂ ਹੋਰ ਚੀਜ਼ ਨਹੀਂ ਜਾਂ ਵੀ ਇਹਨਾਂ ਤੋਂ ਤੁਸੀਂ ਉਪਦੇਸ਼ ਸੁਣੋ। ਪਰ ਜਿਹੜੇ ਅਸਲੀ ਨੇ ਉਹਦੇ ਨਾਲ ਹੀ ਜੁੜਦੇ ਨੇ, ਉਹਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਐਸਾ ਵਾਹਿਗੁਰੂ ਪਰਮੇਸ਼ਰ, ਹੋਰ ਨਹੀਂ। ਤੇ ਜਾਂ ਇੱਕ ਓਂਕਾਰ ਵੀ ਉਹ ਹੈ ਕੀ ਹੈ, ਸੰਖੇਪ ਰੂਪ ਦੇ ਵਿੱਚ ਸਤ ਸਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਹਾਂਜੀ ਪੜ੍ਹੋ ਜੀ। ਇਹਦੇ ਵੀ ਵਿਚਾਰ ਹਨ, ਕਈ ਥਾਂ ਤਾਂ ਇਹ ਪਹਿਲਾਂ ਲਿਖਿਆ, ਕਈ ਥਾਂ ਉਹਦਾ ਹੈਡਿੰਗ ਵੀ ਕਿਹੜੇ ਸਤਿਗੁਰੂ ਉਚਾਰਨ ਕਰਦੇ ਨੇ।
ਜਾਂ ਕਿਹੜੇ ਕਰਤਾਲ ਦੇ ਵਿੱਚ ਉਹ ਦੂਜੇ ਥਾਂ, ਉਹ ਇੱਕੋ ਹੀ ਬਾਤ ਹੈ। ਉਹ ਐਸਾ ਕੋਈ ਐਸਾ ਨਹੀਂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਗੋਬਿੰਦ ਰੂਪ ਉਹ ਵੀ ਤਾਂ ਸਾਰੇ ਉੱਥੇ ਜਾ ਕੇ ਇੱਕੋ ਹੀ ਸਰੂਪ ਨੇ, ਐਸਾ ਨਹੀਂ ਭੇਜ ਰੱਖਿਆ ਕੋਈ। ਇਹਨਾਂ ਦੇ ਵਿੱਚ ਚਰਚਾ ਵਾਰਤਾ ਝਗੜੇ ਕਰਦੇ ਨੇ, ਉਹ ਸਭ ਨਿਰਣੇ ਹੋ ਚੁੱਕੇ। ਜਾਣ ਬੁੱਝ ਕੇ ਕੋਈ ਕਰੇ ਜਾਂ ਏਜੰਸੀਆਂ ਕਰਾਉਣ ਵੀ ਨਾ ਚ ਪਾਠਕ ਪਾਵੇ, ਉਹ ਵੱਖਰੀ ਗੱਲ ਹੈ। ਚਲੋ ਜੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਹੁਣ ਅਸੀਂ ਸਾਧ ਸੰਗਤ ਦੇ ਵਿੱਚ ਜਾਂ ਕਿਸੇ ਦੀ ਗੱਲਬਾਤ ਸੁਣੀ, ਇਹ ਪਰਮੇਸ਼ਰ ਵੀ ਹੈਗਾ ਹੈ। ਜਾਂ ਮਾਈਆਂ ਆਪਣੇ ਛੋਟੇ ਬੱਚਿਆਂ ਨੂੰ ਜਨਮ ਧਾਰ ਕੇ ਉਹ ਦੱਸ ਰਹੀਆਂ, ਉਹਨਾਂ ਨੂੰ ਤਾਂ ਕੋਈ ਨਹੀਂ ਪਤਾ ਉਹ ਚੀਜ਼ ਲਿਆ। ਉਹ ਹੌਲੀ ਹੌਲੀ ਉਹ ਚੀਜ਼ ਦਾ ਨਾਮ ਸਿੱਖਦਾ ਹੈ। ਕੁਛ ਸ਼ੁੱਧ ਵੀ ਨਹੀਂ ਬੋਲਣਾ ਹੁੰਦਾ, ਕਿਉਂਕਿ ਉਹਨੂੰ ਗਿਆਨ ਨਹੀਂ ਹੈ, ਨਾ ਜ਼ੁਬਾਨ ਚੱਲਦੀ ਹੈ। ਉਹ ਹੌਲੀ ਹੌਲੀ ਸਿੱਖਦਾ ਹੁੰਦਾ। ਫਿਰ ਉਹਨੂੰ ਕਹਿੰਦੇ ਰੱਬ ਦਾ ਨਾਂ ਲੈ, ਰੱਬ ਰੱਖੂ ਤੈਨੂੰ। ਚਲੋ ਗੁਰਦੁਆਰੇ ਜਾਓ, ਹੋਰ ਸਾਰੀ ਜਾਓ। ਫਿਰ ਹੌਲੀ ਹੌਲੀ ਉਹ ਸਿੱਖਣ ਲੱਗ ਪੈਂਦਾ ਆ। ਤੇ ਫਿਰ ਉੱਥੇ ਪਤਾ ਲੱਗਦਾ ਹੈ ਵੀ ਰੱਬ ਵੀ ਹੈਗਾ। ਤੇ ਰੱਬ ਕਹਿੰਦੇ ਹੈ ਕਿੱਥੇ ਗਾ, ਦਿਸਦਾ ਤਾਂ ਹੈ ਨਹੀਂ। ਕਹਿੰਦੇ ਮਿਲੋ ਉਸਨੂੰ, ਮਿਲੋ। ਫਿਰ ਇਉਂ ਅੱਗੇ ਸਿਖਾਉਂਦੀ ਵੀ ਕਿਵੇਂ ਮਿਲੀਏ। ਫਿਰ ਉਹ ਦੱਸਦੇ ਆ ਵੀ ਇਸ ਸੰਸਾਰ ਦੇ ਵਿੱਚ ਆ ਕੇ ਤੇ ਅਸੀਂ ਉਹਦੇ ਨਾਲੋਂ ਵਿਛੜ ਕਿਉਂ ਗਏ। ਵਿਛੜ ਅਸੀਂ ਗਏ ਜਿਹੜੇ ਉਹਦੇ ਅਸੂਲ ਜਾਂ ਸਿੱਖਿਆ ਦਿੱਤੀਆਂ ਹੋਈਆਂ ਸਨ, ਤੇ ਉਹ ਸਾਨੂੰ ਭੁੱਲ ਗਈਆਂ। ਕਿਹਨ ਦਿੱਤੀਆਂ? ਮਾਇਆ ਨੇ ਭੁਲਾਤੀਆਂ। ਚਲੋ ਉਹਦੇ ਤਾਂ ਛੋਟੇ ਹੁੰਦੇ ਨੂੰ ਤਾਂ ਹੁਣ ਤਾਂ ਕੋਈ ਬੁੱਢੇ ਵੀ ਹੋ ਗਏ ਹੈ, ਕੋਈ ਜਵਾਨ ਵੀ ਹੈ, ਤੇ ਹੁਣ ਵੀ ਅਸੀਂ ਭੁੱਲੇ ਹੀ ਹੋਏ ਹੈ। ਹੁਣ ਚਾਹੁੰਦੇ ਹਾਂ ਵੀ ਕਿੱਥੇ ਆ ਉਹ ਵਾਹਿਗੁਰੂ, ਮਿਲਣਾ ਚਾਹੁੰਦੇ ਹਾਂ। ਉੱਥੋਂ ਸਾਧ ਸੰਗਤ ਦੇ ਵਿੱਚੋਂ ਪਤਾ ਲੱਗਾ ਵੀ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਾਇਆ ਹੈ ਅਸਰਜ ਹੈ, ਤੇ ਉਸ ਦੇ ਅੱਗੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਅਸਰਜ ਹੈ। ਜਿਸੇ ਕੋਈ ਹੋਊਗਾ ਜਿਹਨੂੰ ਇਹ ਇੱਛਾ ਨਾ ਹੋਵੇ ਵੀ ਮੈਨੂੰ ਪਦਵੀ ਜ਼ਿਆਦਾ ਉੱਚੀ ਮਿਲੇ ਤੇ ਮਾਇਆ ਸਾਰਿਆਂ ਨਾਲੋਂ ਮੇਰੇ ਕੋਲ ਵੱਧ ਹੋਵੇ, ਉਹ ਭਰਮ ਪਾਇਆ ਹੋਇਆ ਹੈ। ਭਰਮ ਹੈ ਵੀ ਜਿੰਨਾ ਖਾਣਾ ਪੀਣਾ ਇੰਨਾ ਹੀ ਤੂੰ ਖਾਣਾ ਪੀਣਾ, ਤੇਰੇ ਨਾਲ ਕੁਛ ਨਹੀਂ ਜਾਣਾ, ਨਾਲ ਜਾਣਾ ਨਹੀਂ। ਜਿਵੇਂ ਬੰਧਨ ਰੂਪ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਤੇ ਹੋਰ ਅੱਜ ਜਿੰਨੀ 84 ਲੱਖ ਜੂਨ ਬਣੀ ਹੈ, ਪਸ਼ੂ ਪੰਛੀ, ਹੋਰ ਟਿੱਡੀਆਂ, ਸਰਪ, ਕਿਰਲੀਆਂ, ਹੋਰ ਖੋਤੇ, ਹੋਰ ਇਹਨਾਂ ਦੇ ਵਿੱਚ ਪਵੇਗਾ। ਮਨਾ ਵੇਖ ਲਾ ਫਿਰ, ਜੇ ਚੰਗੇ ਪਾਸੇ ਨਾ ਲੱਗੇਗਾ। ਇਸ ਕਰਕੇ ਉਹ ਫਿਰ ਅੱਗੇ ਇਸ ਤਰ੍ਹਾਂ ਦੇ ਜਦੋਂ ਮਾਇਆ ਨੇ ਭਰਮਾ ਦਿੱਤੇ ਤੇ ਔਗੁਣਾਂ ਦੇ ਵਿੱਚ ਲੱਗ ਗਏ, ਉਹ ਹੋ ਗਈ ਕੁਸੰਗਤ। ਤੇ ਜਿਹੜੇ ਕੋਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੀ ਸ਼ਰਨ ਵਿੱਚ ਆ ਗਏ, ਚੰਗੇ ਗੁਣ ਧਾਰਨ ਕਰ ਲੈ ਪਈ, ਉਹ ਹੋ ਗਈ ਸੰਗਤ। ਇਹ ਪਹਿਲਾ ਦਰਜਾ ਹੈ। ਅਖੀਰਲਾ ਦਰਜਾ ਤਾਂ ਵੀ ਉਹਦੀ ਰੱਬ ਦੀ ਪ੍ਰਾਪਤੀ। ਫਿਰ ਉਹਦੇ ਬਹੁਤ ਦਰਜੇ ਨੇ ਗੁਰਮੁਖਾਂ ਦੇ। ਸੋ ਇਉਂ ਬਹੁਤ ਸਾਰੇ ਲੋਕ ਜਿਹੜੇ ਨੇ ਨਾ, ਉਹ ਇਸੇ ਤਰ੍ਹਾਂ ਹੀ ਉਹ ਛੱਡੇ ਹੋਏ ਨੇ ਵੀ ਇਹਨਾਂ ਨੂੰ ਸਿੱਖਾਂ ਨੂੰ ਪਾੜੋ। ਇਹ ਹੁਣ ਤਾਂ ਦੂਸਰੀ ਉਹਨੇ ਜੇ ਇੱਕ ਹੋ ਗਏ ਜਾਂ ਗੁਰੂ ਕੇ ਤਾਂ ਨਹੀਂ ਛੱਡਦੇ ਸਨ, ਇਹਨੂੰ ਪਾੜ ਕੇ ਰੱਖੋ। ਉਹਨਾਂ ਨੂੰ ਇਹ ਫਰਕ ਪਿਆ ਹੈ। ਹੁਣ ਇੱਥੇ ਪਰਮਾਰਥ ਦੀ ਗੱਲ ਹੈ ਵੀ ਅਸੀਂ ਜਿਵੇਂ ਜਿਵੇਂ ਉਹਦੀ ਸਿੱਖਿਆ ਤੋਂ ਦੂਰ ਹੁੰਦੇ ਗਏ, ਮਨ ਵਿੱਚੋਂ ਭੁਲਾ ਦਿੱਤੀ, ਫਿਰ ਤਨ ਦੇ ਵਿੱਚੋਂ ਭੁਲਾਤੀ, ਹੋਰ ਉਹੋ ਜਿਹੇ ਇਕੱਠੇ ਹੋ ਗਏ, ਖਾਣ ਪੀਣ ਵਾਲਿਆਂ ਦੇ ਨਾਲ ਇਕੱਠੇ ਹੋ ਗਏ, ਉਹਨੂੰ ਕੁਸੰਗਤ ਕਹਿੰਦੇ ਨੇ। ਤੇ ਫਿਰ ਕਿਤੇ ਕੋਈ ਐਸਾ ਮਿਲ ਪਿਆ ਤੇ ਸੰਗਤ ਦੇ ਵਿੱਚ ਆ ਗਿਆ, ਤੇ ਉਹ ਕਹਿੰਦੇ ਵੀ ਹੁਣ ਇਉਂ ਕਰੋ, ਸਾਡਾ ਲੇਖਾ ਪਤਾ ਤਾਂ ਬਹੁਤ ਹੈ, ਪਤਾ ਨਹੀਂ ਕਿੰਨੇ ਕੁ ਲੱਖਾਂ ਕਰੋੜਾਂ ਹੀ ਜਨਮ ਧਾਰੇ ਹੈ, ਜਾਂ 84 ਦੇ ਵਿੱਚ ਫਿਰਦੇ ਆਏ ਹੈ, ਤੇ ਹੁਣ ਬੇਨਤੀਆਂ ਨਾਲ ਹੀ ਛੁਟਕਾਰਾ ਹੈ। ਵਾਹਿਗੁਰੂ ਦਿਆਲੂ ਵੀ ਹੈ, ਪਤਤ ਠੀਕ ਹੈ, ਭਗਤ ਵਸ਼ਣ ਵੀ ਹੈ। ਜਿਹੜਾ ਕੋਈ ਭਗਤੀ ਕਰਦਾ ਉਸੇ ਪ੍ਰਸੰਨ ਵੀ ਹੁੰਦਾ, ਤੇ ਜਿਹੜਾ ਬਹੁਤ ਮਹਾਨ ਪਾਪੀ ਵੀ ਹੈ, ਜੇ ਵੀ ਉਹ ਵੀ ਸ਼ਰਨ ਲੈ ਲਵੇ ਜਾਂ ਹਾਏ ਦੁਹਾਈ ਪਾਵੇ, ਉਹਨੂੰ ਵੀ ਤਾਰ ਦਿੰਦਾ ਹੈ। ਇਹ ਵੀ ਉਹਦੇ 'ਚ ਹੈਗੀ, ਜਿਹੜਾ ਹੈ ਹੀ ਨਹੀਂ। ਪਤਤ ਪਾਵਨ ਹੈ ਤੇ ਦਿਆਲੂ ਵੀ ਹੈ, ਬੜਾ ਕਿਰਪਾਲੂ ਵੀ ਹੈ। ਦੀਨ ਦਇਆਲ ਕਿਰਪਾਲ ਸੁਖ ਸਾਗਰ। ਫਿਰ ਰਹਿੰਦਾ ਕਿਸੇ ਸਰਬ ਘਟਾ ਭਰਪੂਰੀ ਦੇ।
पेखत सुन सदा है संगे, मैं मूर्ख जानिया दूरी दे। ये बड़ी महापुरुष है। जे किसी ने मूर्ख कह रहे बड़ा हो तो अपने आप समझे भी मैं कोई सियाणा है या हाले मूर्ख ही है। वाहिगुरु परमेश्वर या नाम या हृदय दे विच या होंद दे विच तां नाम प्रवान ही नहीं है। कई चलो होमे विच भगती भी नहीं, कोई भी सेवा की भी नहीं, तीर्थ छड़ बरत अरदान कर मन में तरे गुमान। नानक ने फल जाते ज्यों कुंचरी स्नान। हाथी का फिर स्नान कराओ डूंगे थां दरिया विच, ते बाहर आके वो अपनी खुशी के नाल मिट्टी घट्टे दे विच जदों जांदा फुंकारे जे मारदा ते उत्ते नूं भी मिट्टी होर पा लैंदा, वो सगों ਉਹਦੇ ਨਾਲ होर जम जाती है पानी नाल। ਉਹ ਹਉਮੈ ਜਿਹੜੀ है फिर ये भी नहीं। किरत करम के विछड़े, इस तरह महाराज असीं किरत नाम कीते हुए साडे हमतह दे विच जां कोई संगत दे विच जां काम क्रोध लोभ मुहकार दे विच कर्म कीते है, उस करके असीं दूर हुंदे गए, मर नहीं गए। विछड़ जाना, दूर हो जाना। किसी घर का विछड़िया लभदा नहीं, लभ पिया फिर वो नेड़े भी हो सकता है। इस करके मरे नहीं है, मरे तो समाप्त हो जाती है हाले। इस करके किरत कर्म के विछड़े कर कृपा मिलो राम। आप कृपा करो, कर्णकार लो, उही जी ब्योंत बना दो जिहदे नाल सत्संगत मिल पाए, गुण आ जाण ते नाम ते ओहदे लीन हो जा ते ओहदे च हो जाइए। चलो जी। चार कुंट दह दिस भ्रमे, थक आए प्रभु की शाम। कहते होर थां किते फिर तुर लो, बथेरे गुरु फिरदे ने, बथेरे होर मत मतांतर हैगे है, उन्हां विच सहूलतां है। चंद्र जी बाहर भी असीं तां चारे कुंडा उत्तर पश्चिम पूर्व दक्षिण, ये चार कुंडा ते इन्हां दे विचारले जिहड़े संध ने संधियां, उन्हां नूं भी कुंट कहंदे दिशा। ते इन्हां दे विच असीं तां सारे दुनिया चक्कर ला लिया ते कोई नहीं सानूं इहो जिहा भी बख्श देवे जां साडी तसल्ली नहीं होई। थकाए प्रभु की शाम। महाराज होर देवी देवते सड़ के हुण महाराज तुहाडी शरण दे विच आए। ये गुरु दसदा है भी हम बेनतियां करो। हुण ਉਹਦੇ है वो अंदर ही है, पेखत सुन वेखदा भी है, ਉਹਦੀ सत्ता नाल ही है। जे चेतन है ਉਹਦੀ जिंद नाल ही असीं वेखदे हैं ते सुनदे हैं, ते भरम पिया भी है किथे। जदों उसकी कृपा हुई ते नाम जपदियां मल दे विचों विशेक ते आवरण जिवें जिवें दूर होणगे, मतलब है जिमें जिमें साडा मन टिकूगा, पुरने घटणगे, नींद नहीं आऊगी ते मन एकाग्र हुंदा जाऊगा, सानू आप ही पता लगना भी आ रब है, सुख रूप है, आनंद स्वरूप है, चैतन स्वरूप है, मैं उसे नहीं है। ये हुण करो भाई, मनुखा देह दे विच ये है। जे कोई अपने चो नितरदे ने भी अमृत छकना जी, अमृत जिहड़ा छकना है, अमृत रूप तां मृत अमृत मौत तो रहत, इको ही एक वाहिगुरू है। भी ਉਹਦੇ ਅੱਗੇ भी अमृत ਦਾ देखो जी ਦੂਜੀਆਂ ਚੀਜ਼ਾਂ ਨੂੰ ਵੀ ਕਹਿ ਦਿੰਦੇ ਆ, अमृत घिओ ਨੂੰ ਵੀ ਕਹਿ ਦਿੰਦੇ ਆ, ਦੁੱਧ ਨੂੰ ਵੀ ਕਹਿ ਦਿੰਦੇ ਆ, मक्खन ਨੂੰ भी कह ਦਿੰਦੇ ਆ, अमृत देवतिਆਂ ਨੂੰ भी कह ਦਿੰਦੇ ਆ, ਹੋਰਨਾਂ ਵੀ ਸੌਈ ਕਹੀ ਜਾਂਦੇ ਨੇ। ਉਹ ਸਭ ਉਹਦੇ ਉਪਾਦਕ ਅਰਥ ਨੇ, ਅਸਲੀ ਵਾਸਤਵ ਰੂਪ ਅਮਰ ਉਹੀ ਹੈ। ਤੇ ਇਹ ਅੰਮ੍ਰਿਤ ਜਿਹੜਾ ਇਹ ਤਾਂ ਮਰਿਆਦਾ ਹੈ ਸਿੱਖਿਆ ਦੇਣ ਵਾਸਤੇ। ਉਸ ਸਿੱਖਿਆ ਨੂੰ ਕਮਾ ਲਵਾਂਗੇ ਤੇ ਵਸਾ ਲਵਾਂਗੇ ਤੇ ਫਿਰ ਅਮਰ ਹੋ ਜਾਵਾਂਗੇ, ਅਸਲੀ ਅੰਮ੍ਰਿਤ ਰੂਪ ਦੇ ਵਿੱਚ ਪਹੁੰਚ ਜਾਵਾਂਗੇ। ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੈ ਅੰਮ੍ਰਿਤ, ਉਹਦਾ ਵੀ ਨਾ ਹੈ। ਕਿਉਂ ਕਹਿੰਦੇ ਆ? ਇਸ ਕਰਕੇ ਜਿਨ੍ਹਾਂ ਨੇ ਭਾਈ ਮਨ ਬਣਾਉਣਾ ਹੈ, ਜਾਂ ਉਹ ਵੀ ਨਹੀਂ ਤੁਸੀਂ ਬਣਾਓ ਇਹਨਾਂ ਚੀਜ਼ਾਂ ਦੇ ਉੱਤੇ ਵੀ ਆਪਣੇ ਵੀ ਸੌਂ ਕੇ ਕਿੰਨਾ ਕੁ ਚਿਰ ਸੌਣਾ ਹੈ।
ਵਾਹਿਗੁਰੂ ਨੇ ਜਿਹੜੀ ਮਰਜ਼ਾਦਾ ਬਣਾਈ ਹੈ ਉਹ ਡਾਕਟਰਾਂ ਰਾਹੀਂ ਪਤਾ ਲੱਗਦਾ ਵੀ 5-6 ਘੰਟੇ ਤਾਂ ਸੌਵੋ। ਉਹ ਸੌਂ ਕੇ ਉੱਠੋ, ਕਿਰਿਆ ਕਰੋ, ਹੋਰ ਆਪਣੇ ਪੇਟ ਦੀ ਸਫਾਈ ਹੋਈ, ਦਿਮਾਗ 'ਤੇ ਬੈਠ ਕੇ ਤੇ ਉੱਥੇ ਜਿੰਨਾ ਚਿਰ ਉਹ ਟਿਕਾਓ, ਮਨ ਨੂੰ ਦੇਖੋ ਆਪਣੇ ਨੂੰ ਵੀ ਕਰਦਾ ਕਿ ਨਹੀਂ, ਇਹ ਜਪਦਾ ਕਿ ਨਹੀਂ, ਜਾਂ ਬੁੱਧੀ ਕਿਧਰ ਨੂੰ ਜਾਂਦੀ ਹੈ, ਉਹਦੇ ਨਾਲ ਫਿਰ ਦੇਖੋ। ਫਿਰ ਜਿਹੜਾ ਉਹਦੇ ਨਾਲ ਸੁੱਖ ਤੇ ਸ਼ਾਂਤੀ ਹੋ ਗਈ ਹੈ ਉਹ ਰੱਬ ਸਮਝ ਲਓ ਜਿਵੇਂ ਬਹੁਤ ਛੋਟੀ ਛੋਟੀ ਕੋਈ ਭੂਰ ਜਿਹੀ ਪਵੇ ਨਾ, ਇਹੋ ਸਮਝ ਲਓ। ਤੇ ਇੱਕ ਤਾਂ ਬਹੁਤਾ ਮੀਂਹ ਪੈਂਦਾ ਹੁੰਦਾ ਹੈ, ਉਹਦੇ ਨਾਲ ਫਿਰ ਸਰੀਰ ਦਾ ਵੀ ਅਭਿਮਾਨ ਆਪੇ ਦੂਰ ਹੋਊਗਾ, ਚੇਤਾ ਵੀ ਜਾਂ ਹੋਰ ਜਿਹੜੀ ਚੀਜ਼ ਹੈ ਉਹ ਕਿਰਪਾ ਮੇਲੋ ਰਾਮ। ਚਾਰ ਕੁੰਡ ਦਾ ਜਿਸ ਪ੍ਰਮੇ ਥਕਾਏ ਪ੍ਰਭ ਕੀ ਸਾਮ। ਇਹ ਵਾਹਿਗੁਰੂ ਪਰਮੇਸ਼ਰ ਤੁਹਾਡੀ ਸ਼ਰਨ ਦੇ ਵਿੱਚ ਆਏ। ਕੋਈ ਜਿਵੇਂ ਕਹਿੰਦੇ ਜੀ ਸਾਡਾ ਤਾਂ ਜ਼ੋਰ ਨਹੀਂ, ਬਲ ਨਹੀਂ, ਹੱਥ ਖੜੇ, ਤੁਸੀਂ ਹੁਣ ਜਿਵੇਂ ਕਹੋ ਰੱਖੋ, ਉਹਨੂੰ ਸ਼ਰਨ ਕਹਿੰਦੇ। ਤੇਨ ਦੁੱਧਾ ਤੇ ਬਾਹਰੀ, ਇਹ ਤਾਂ ਹੈਗਾ ਬਾਹਰਲਾ। ਹੁਣ ਚਾਰ ਕੁੰਡ, ਹੁਣ ਜਦੋਂ ਤੁਸੀਂ ਅਭਿਆਸ ਕਰੋਗੇ, ਨਾਮ ਸਿਮਰਨ ਕਰੋਗੇ, ਇਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਨਾ, ਆਪਣਾ ਮਨ ਇਉਂ ਕਰ ਲਿਆ ਕਰੋ ਕਿ ਉੱਠਣਾ ਜ਼ਰੂਰ ਹੈ। ਇਹ ਪੰਜਾਂ ਪਿਆਰਿਆਂ ਨੂੰ ਦੱਸਦਾ, ਮੂਲ ਮੰਤਰ ਦੱਸਦਾ। ਮੂਲ ਮੰਤਰ ਦਾ ਉਹ ਕਈ ਮੇਰੇ ਵਰਗੇ ਦੱਸਣ ਵਾਲਿਆਂ ਦੇ ਵੀ ਨਹੀਂ ਹਾਲੇ, ਉਹ ਵੀ ਨਹੀਂ ਕਰਦੇ, ਤੇ ਉਹਨਾਂ ਨੇ ਦੂਜਿਆਂ ਨੇ ਕੀ ਕਰਨਾ। ਦੂਜੇ ਜਿਹੜੇ ਸਿੱਖ ਨੇ, ਜਾਂ ਅਸੀਂ ਸਿੱਖ ਹਾਂ, 5 ਬਾਣੀਆਂ ਪੜ੍ਹ ਲਓ, 4 ਕੀਰਤਨ ਸੋਲਾ ਪੜ੍ਹ ਲਓ, ਵੀ ਮੂਲ ਮੰਤਰ ਗੱਲ ਹੀ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਇਹ ਜਪ ਹੈ, ਮੰਤਰ ਹੈ ਜਾਂ ਬਾਣੀ ਹੈ। ਇਹ ਨਾ ਜੀ ਉਲਝੇ ਰਹਿੰਦੇ ਜੀ ਜਪ ਤਾਂ ਹੀ ਹੈ ਜਾਂ ਦੂਸਰੇ ਹੀ ਹੈ। ਉਹ ਜ਼ਰੂਰ ਕਰਨਾ, ਉਹ ਕਰਨਾ ਹੈ। ਫਿਰ ਆਪਣੇ ਬਾਣੀ ਪੜ੍ਹਨੀ, ਉਹ ਤੋਂ ਸਿੱਖਿਆ ਮਿਲਦੀ ਹੈ, ਉਹਦੇ ਵਿੱਚ ਜੋੜਨਾ ਹੈ। ਉਹ ਇਉਂ ਇਰਾਦਾ ਬਣਾ ਕੇ ਫਿਰ ਭਾਵੇਂ ਥੋੜ੍ਹੇ ਹੀ ਹੋਵੋਗੇ ਤੁਸੀਂ, ਤੇ ਸਿੱਖੀ ਅਸਲ ਰੂਪ ਦੇ ਵਿੱਚ ਆਪਣੇ 'ਚ ਵੀ ਆਊਗੀ, ਤੇ ਦੂਜੇ ਜਿਹੜੇ ਕੋਈ ਸਾਡੇ ਨਾਲ ਮਿਲਣਗੇ ਉਹਨਾਂ 'ਚ ਵੀ ਆਊਗੀ। ਪਰ ਦੂਜੇ ਪਾਸੇ ਕਲਯੁਗ ਦਾ ਵੀ ਹੈਗੀਆਂ ਫੌਜਾਂ ਖੜੀਆਂ, ਤੇ ਛਕਾਉਣ ਵਾਲੇ ਵੀ ਹੋਰ ਵੀ ਬਹੁਤ ਨੇ। ਛਕਾਈ ਚਲੋ, ਬਹੁਤ ਗਿਣਤੀ ਇਹਨਾਂ ਨੂੰ ਅਮਰ ਛਕਾਤਾ ਜੀ, ਇਹਨਾਂ ਨੂੰ ਜੀ ਉਹ ਹੋ ਗਿਆ ਜੀ, ਆਹ ਹੋ ਗਿਆ ਜੀ। ਚਾਰ ਕੁੰਟ ਦਾ ਦਿਸ ਪਰਮੇ। ਚਾਰ ਕੁੰਟ ਮਨ, ਬੁੱਧ, ਚਿੱਤ ਤੇ ਹੰਕਾਰ, ਮੈਂ। ਇਹਦੇ ਵਿੱਚ ਬੜੇ ਭਰਮ ਕਰਕੇ ਇਹਨਾਂ ਦੇ ਵਿੱਚ ਹੀ ਭਟਕਦੇ ਰਹੇ। ਮਨ ਨਹੀਂ ਕੰਟਰੋਲ 'ਚ ਹੋਇਆ, ਚਿੱਤ ਨਹੀਂ ਕੰਟਰੋਲ 'ਚ ਹੋਇਆ, ਜਾਂ ਚਿੱਤ ਨੂੰ ਉਹ ਜਿਹਾ ਰਸ ਨਹੀਂ ਆਇਆ। ਥਕ ਆਏ ਪ੍ਰਭ ਕੀ ਚਾਰ ਕੁੰਡ ਦੈ ਦਿਸ। ਦਸੋ ਇੰਦਰੀਆਂ ਦੇ ਵਿਸ਼ਿਆਂ ਦੇ ਵਿੱਚ ਪਰਮੇ। ਥਕਾਏ ਪ੍ਰਭ ਕੀ ਸਾਮ। ਹੈ ਵਾਹਿਗੁਰੂ ਪਰਮੇਸ਼ਰ, ਸਾਡਾ ਜ਼ੋਰ ਨਹੀਂ ਚੱਲਦਾ ਮਨ ਦੇ ਨਾਲ, ਬੁੱਧ ਨਾਲ, ਚਿੱਤ ਦੇ ਨਾਲ। ਆਪ ਕਿਰਪਾ ਕਰੋ, ਇਹਨੂੰ ਟਿਕਾਓ, ਤੇ ਆਪ ਹੀ ਉਹ ਇਹਦੇ 'ਤੇ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਜੋੜੋ। ਇਹ ਅਰਦਾਸ ਕਰਨੀ ਹੈ। ਨਾਮ ਜਪਦਿਆਂ ਵੀ, ਬਾਣੀ ਪੜ੍ਹਦੇ ਜਦੋਂ ਜਾਵੇ, ਤੇ ਆਪਣਾ ਜੋੜ ਜੂੜ ਲਾ ਕੇ ਦੇਖ ਲਓ, ਤੇ ਨਾ ਹੋਵੇ ਤਾਂ ਫਿਰ ਇਹੀ ਹੈ। ਜਿਵੇਂ ਆਪਾਂ ਕਹਿੰਦੇ ਕੋਈ ਕੰਮ ਤਾਂ ਹੋਇਆ ਨਹੀਂ ਜਾਂ ਹੋਰ ਚੀਜ਼ ਹੈ, ਚਲੋ ਜੀ ਨਹੀਂ ਵਾਹ ਪੇਸ਼ ਸੀ, ਚਲੋ ਜੀ ਰੱਬ ਦੇ ਭਾਣੇ 'ਚ ਹੀ ਹੈ, ਹਾਂ ਵੀ ਕਹਿ ਦਿੰਦੇ ਆ। ਚਾਰ ਕੁੰਡ ਦਾ ਦਿਸ ਪ੍ਰਮਾਏ ਥਕਾਏ ਪ੍ਰਭ ਕੀ ਸਾਮ। ਤੈਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਇਹ ਨਹੀਂ ਵੀ ਸਮਝ ਨਹੀਂ ਆਉਂਦੀ, ਕੋਈ ਵੇਦ ਨਹੀਂ, ਕੋਈ ਸੰਸਕ੍ਰਿਤ ਨਹੀਂ। ਨਹੀਂ ਤੈਨ ਦੁੱਧ ਤੇ ਬਾਹਰੀ ਆਮ ਗਊਆਂ ਦੁੱਧ ਵਾਸਤੇ ਰੱਖਦੇ ਹੈ, ਜਾਂ ਪਸ਼ੂ ਹੋਰ ਦੁੱਧ ਵਾਲੇ ਰੱਖਦੇ ਹੈ। ਇੱਥੇ ਤੈਨ ਵੀ ਗਊ ਜਿਹੜੀ ਹੈ, ਜੇ ਉਹ ਦੁੱਧ ਵਾਸਤੇ ਤਾਂ ਰੱਖੀ ਹੈ, ਤੇ ਦੁੱਧ ਦੇਵੇ ਨਾ, ਤੇ ਫਿਰ ਕੀ ਕੰਮ ਹੈ ਉਹਦਾ। ਉਹ ਜਿਹੜੇ ਦੂਸਰੇ ਮੱਤਾਂ ਵਾਲੇ ਆ, ਮਾਸ ਮੂਸ ਖਾਣ ਵਾਲੇ, ਉਹ ਤਾਂ ਕਹਿੰਦੇ ਮਾਰ ਕੇ ਖਾ ਲਓ, ਕੋਈ ਉਹ ਦੂਜਿਆਂ ਨੇ ਤਾਂ ਨਹੀਂ ਖਾਣੀ। ਜਿਨ ਦੁੱਧ ਵਾਸਤੇ ਹੀ ਰੱਖੀ ਹੈ, ਜਿਹੜੀ ਦੁੱਧ ਦਿੰਦੀ ਹੈ, ਹਾਲੇ ਇੰਨੇ ਕਿਲੋ ਦਿੰਦੀ ਹੈ, ਉਹ ਮਾਰ ਕੇ ਵੀ ਕਿਉਂ ਖਾਣਗੇ, ਦੁੱਧ ਵੇਚਣਗੇ ਵੀ ਖਾਣਗੇ। ਤੈਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕੰਮ। ਕਿਸੇ ਕੰਮ ਨਹੀਂ ਆਉਂਦੀ। ਇਸ ਤਰ੍ਹਾਂ ਤੈਨ ਜਿਹੜੀ ਬੁੱਧੀ ਹੈ, ਇਹ ਦੁੱਧ ਤੇ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਉਹ ਵੀ ਨਿਸ਼ਕਾਮਤਾ ਦੇ ਨਾਲ ਉਹਨੂੰ ਕਮਾਉਣਾ, ਅਭਿਆਸ ਕਰਨਾ, ਵਰਤੋਂ 'ਚ ਲਿਆਉਣਾ,
उधर देन दुदत बाहरी कितने ने काम है, बुद्धि किस काम है, भावें किन्ना पढ़ ला, किन्नी साइंसा सिख ला, होर सिख ला, वो रब दे नेड़े नहीं, वो तो दूर है। चलो जल बिन साख को नाव कमलावती, उपजै नाही दाम। फिर दूसरा होर दृष्टांत दिंदे ने भी, जिस तरह लो भी समझण वास्ते, उन्हें कि भी समझ नहीं आई। जल बिन साख को मिलावती, जिस तरह किसी ने साख खेती बीजी है, कोई फसल बीजी है, तो उन्होंने पानी की भी लोड़ जरूरी है, तो पानी ना दो तो सुक जाएगी, कुमला जाती है। पहला कुमला जाती है तो पत्ते ही कुमला गए तो फुल की लगना, तो फल की होना, तो फल बेच के भी जी कणक बीजी जाओ, तो दाने इकट्ठे हो गए, तो वो अपने बेच लो, तो पैसे आ गए, पैसे इकट्ठे कर लो, कम देंगे। जल बिन साख को मिलावती। इसे तरह ही सतगुरु साहिब जी का जल बिन साख खेती है शुभ गुणा की, शुभ गुणा। तो जे उसके उपदेश नूं, जल नूं पानी ना देंगे, उपदेश नूं ना कमावांगे, जब प्रेम ना होगा उसदे विच, ते साख जिहड़ी शुभ गुणा की कुमला जाएगी। उन्होंने अगे निष्काम धर्म रूपी फुल ते अगे पूर्ण ज्ञान जिहड़ा है वो नहीं प्राप्त होएगा फल, ते दाम दमड़ियां दे नाल फिर माया दे नाल आनंद हुंदा है, वो आनंद स्वरूप भी नहीं फिर वो प्राप्त होना। चलिए हर नाहा न मिलिए साजन, कत पाइए विश्राम। इस करके भाई हर नाहा वो वाहिगुरु परमेश्वर ही, इत्थे तो पति सती का रूप है, वो सब जिन्नियां रूहां ओदा आत्मा का सब परमात्मा स्वरूप है। हर नाहा न मिलिए साजन, वो वाहिगुरु परमेश्वर ना मिलिए साजन, वो सज्जन है, मित्र है, लोक परलोक का, उन्होंने नहीं मिल सकीदा। कत पाइए विश्राम। जे कहिए भी सानू टिकाना ऐसा सुखदायक या होर पई किसी थां भी तुसी टिकना नहीं पाओगे, भरमदे फिरोगे, दुखी होगे। जित घर हर कंत न प्रगटई। जिस घर दे विच, घर जिवें साडा हृदय टिकाना ना कि मन, उत्थे मन जो शुद्ध हो गया, विचार हो गई, सुख स्वरूप हो गया, शांत स्वरूप है, वो वाहिगुरु परमेश्वर प्रगट नहीं हुंदा। पढ़ दो पठ नगर से ग्राम। जिमें किसी का कोई ग्राम हुंदा अपने पिंडां दा नाम जिथे लोग वसदे होण, इसलिए साडा हृदय ज्ञान इंद्रिय है, कर्म इंद्रिय, परिवार बहुत बड़ा है, प्राण है। पठ नगर से ग्राम, वो जिहड़ा ऐसा हृदय जिहदे विच ये चीज़ां रहिंदियां ने, वो भठ दी नहीं, उत्थे तपश है, क्रोध दी है, हिंसा दी है, तृष्णा दी है, काम दी है। वो पठ नगर से ग्राम ते मोह दी है। मोह दी तपश किवें हुंदी है? मोह जदों किसी कोई विछड़ जावे ना, फिर सोग हुंदा, उहनूं पता है। कई तां सुन के ही जदों माया चली जाए जां कोई मर जाए, उत्थे ही बेहोश हो जाते हैं। पठ नगर से ग्राम, वो जड़े वो नगर बड़े हुंदे आ, शहर हुंदे आ, ते ग्राम हुंदे आ, पिंड हुंदे आ। इस तरह ही कोई वड्डे किसी दे जिन्ने थान दे विच दसदे भी मध्यम प्रमाण इहनूं कहंदे आ। अंतिशकरण जो है किहड़ा इहदा प्रमाण मिनती किन्नी है कि जिड्डा किसी का शरीर होवे उत्थे हो जांदा, जे वड्डा होवे वड्डा हो जांदा, छोटा होवे छोटा। पठ नगर से ग्राम चलिए। शराब सिगार तमोल रस, सन देही सब खाम। जिस तरह पति सती के रूप दे विच चंगे श्रेष्ठ गुणा वाले, उन्होंने माँ प्यो भी चंगे, चंगे थां उन्हों का संयोग कर दिता, ते रहन सहन भी लग पे, ते ओहदा विछोड़ा हो जाए तो फिर बड़ा दुख हुंदा है। ये पत्नी का विछोड़ा हो जाए तो भी दुख हुंदा है, पति नूं हुंदा है। पर इधर पति तो हैगा परमेश्वर, असीं हैगे बहुते, वो गल नहीं घटदी, घटदी हुंदी जिहड़ी ठीक हो गई, योग हो गई। हाँ जी, सर्व शिगाल तंबोल रस। हुण साडे जिहड़े सारे शिगार ने, साधन ने, सर्व शिगार तंबोल, तंबोल हुंदा
ਆਪਣੇ ਪਾਨਾਂ ਦੇ ਬੀੜੇ ਨੂੰ ਕਹਿੰਦੇ ਹੈ, ਕਈ ਖਾਂਦੇ ਹੈ, ਉਹ ਆਪਣੇ ਸ਼ਿੰਗਾਰ ਜਾਂ ਬੁੱਲ ਵੀ ਲਾਲ ਹੋ ਜਾਂਦੇ ਉਹਦੇ ਨਾਲ। ਹੋਰ ਵੀ ਸ਼ਵਾਕ ਐਸਾ ਹੈ, ਸਰਬ ਸ਼ਿੰਗਾਰ ਚੰਬੋਲ ਰਸ, ਉਹ ਰਸ ਕਸ ਵੀ ਕੱਢੇ ਫਲਾਂ ਫਰੂਟਾਂ ਦੇ, ਜਾਂ ਰਸ ਕਸ ਹੋਰ ਇਹ ਪੰਜ ਰਤਨੀਆਂ ਦੇ ਹੋਰਨਾਂ ਦੇ ਕੱਢੇ ਹੋਏ। ਸਰਬ ਸ਼ਿੰਗਾਰ ਚੰਬੋਲ ਰਸ ਸਨ ਦੇਹੀ ਸਭ ਖਾਮ, ਉਹ ਦੇ ਸਣੇ ਉਹਦੇ ਸਾਰੇ, ਉਹ ਸਵਾਦੀਕ ਆਨੰਦਦਾਇਕ ਨਹੀਂ ਦੇਣ ਵਾਲੇ ਹੈ, ਉਹ ਤਾਂ ਕੱਚੇ ਕੌੜੇ ਫਲ ਵਾਂਗੂ ਦੁੱਖ ਰੂਪ ਹਨ, ਜਿਹੜਾ ਕੋਈ ਧਾਰਨ ਕਰੇਗਾ। ਇਸ ਤਰ੍ਹਾਂ ਸਾਰੇ ਸਾਧਨ ਹੈ, ਸ਼ਿੰਗਾਰ ਹੈ, ਜਿਹੜੇ ਟੰਬੋਲ ਮਹਾਵਾਕ ਵੀ ਗਏ। ਵੈਸੇ ਇੱਕ ਆ ਗਿਆ ਕਹਿੰਦੇ ਸੋਹੰਗ, ਉਹ ਸਾਰਿਆਂ ਨੂੰ ਭਜਾਈ ਫਿਰੇ। ਉਹ ਮੇਰੇ ਕੋਈ ਕਹਿੰਦੇ, ਮੈਂ ਕਿਹਾ ਤੈਨੂੰ ਸੋਹੰਗ ਦਾ ਇਹਦਾ ਪਤਾ ਵੀ ਹੈ ਕੀ ਇਹ ਅਰਥ ਹੈ, ਐਵੇਂ ਤੂੰ ਫਿਰਿਆ ਨਾ, ਉਹਨੂੰ ਪਤਾ ਨਾ ਲੈਣਾ ਨਾ ਦੇਣਾ। ਤੇ ਹੋਰ ਵੀ ਸਗੋਂ ਸੋਹੰਗ ਕਹਿ ਕੇ ਉਹ ਵਿਸ਼ੇ ਵਿਕਾਰਾਂ 'ਚ ਵੀ ਪ੍ਰਵਿਰਤ ਹੋ ਜਾਂਦੇ। ਸਰਬ ਸ਼ਿੰਗਾਰ ਚੰਬੋਲ ਰਸ, ਤੇ ਰਸ ਕਸ ਜਿਹੜੇ ਹੋਰ ਕੋਈ ਸ਼ਰਾਬਾਂ ਕਬਾਬਾਂ ਹੋਰ ਇਸ ਤਰ੍ਹਾਂ ਦੀਆਂ ਖਾਣੀਆਂ ਪੀਣਾ ਸਾਰੀਆਂ ਜਾਂ ਹੋਰ ਸਭ ਸਨ ਦੇ ਹੀ ਸਭ ਖਾਮ, ਸਭ ਇਹ ਖਾਮ ਕੱਚੇ ਕੁੜੱਤਣ ਵਾਲੇ, ਔਰ ਫਲ ਪੱਕਾ ਜਿਵੇਂ ਉਹਨੂੰ ਪ੍ਰਵਾਨਿਕ ਹੁੰਦਾ, ਪ੍ਰਵਾਨਿਕ ਨਹੀਂ, ਸਫਲੇ ਨਹੀਂ ਹੈ। ਚਲੀਏ। ਪ੍ਰਭ ਸੁਆਮੀ ਕੰਤ ਬਿਹੂਨੀਆਂ, ਮੀਤ ਸੱਜਣ ਸਭ ਜਾਮ। ਇਸ ਕਰਕੇ ਪ੍ਰਭੂ ਹੈ ਸੁਆਮੀ, ਉਹਨੂੰ ਅਸੀਂ ਕਹਿੰਦੇ ਹਾਂ, ਹੋਰ ਨਾ ਇਹ ਸਮਝ ਲਿਓ। ਇਹਦਾ ਕੱਚੇ ਪਚੇ ਹੈ, ਜੇ ਗੁਰਮਤ ਦੇ ਅਨੁਸਾਰ ਰਹਿਣਗੇ ਪਤੀ ਸਤੀ ਤਾਂ ਸਫਲੇ ਨੇ, ਨਹੀਂ ਤਾਂ ਆਪਣੇ ਲਈ ਚਲੋ ਜਿਵੇਂ ਹੈਗਾ। ਪ੍ਰਭ ਸੁਆਮੀ ਕੰਤ ਬਿਹੂਨੀਆਂ, ਮੀਤ ਸੱਜਣ ਸਭ ਜਾਮ। ਇਹ ਜਿਹੜਾ ਸੱਜਣ ਬਣਿਆ ਵੀ ਇਹ ਸਹਾਇਤਾ ਕਰੂਗਾ, ਪਤੀ ਕਰੂਗਾ, ਉਹ ਪਤਨੀ ਕਰੂਗੀ, ਉਹ ਤਾਂ ਜਦੋਂ ਮਰ ਜਾਂਦਾ ਤੇ ਉਹ ਕਹਿੰਦੇ ਛੇਤੀ ਕੱਢੋ ਘਰ ਕੀ ਨਾੜ। ਬਹੁਤ ਉਹ ਪ੍ਰੇਤ ਕਹਿੰਦੇ ਹੱਥ ਨਾ ਲਾਓ, ਹੱਥ ਲਾ ਕੇ ਆ ਕੇ ਨਿਸ਼ਾਨ ਕਰੋ। ਉਹ ਜੋਤ ਦੇ ਨਾਲ ਹੀ ਹੈ ਨਾ ਸਭ ਵਾਹਿਗੁਰੂ ਪਰਮੇਸ਼ਰ ਦੀ। ਪਰ ਉਹ ਮੈਲੀ ਹੋਈ ਹਉਮੈ ਕਰਕੇ ਹਉਮੈ ਦੂਰ ਹੋਏ, ਮੀਤ ਸੱਜਣ ਸਭ ਜਾਮ। ਇਸ ਕਿਸੇ ਨੇ ਨਹੀਂ ਸਹਾਇਤਾ ਕਰਨੀ। ਅੰਤ ਦੇ ਸਮੇਂ ਇੱਥੇ ਹੀ ਜਵਾਬ ਦੇ ਜਾਂਦੇ, ਆਪਣੇ ਮਤਲਬ ਨੂੰ ਨੇੜੇ ਆਉਂਦੇ ਨੇ। ਉਹ ਸਭ ਇਹ ਚਲੇ ਜਾਣ ਵਾਲੇ ਹੈ ਦੁਨੀਆ ਤੋਂ। ਚਲੋ। ਪ੍ਰਭ ਸੁਆਮੀ ਕੰਤ ਬਿਹੂਨੀਆਂ, ਮੀਤ ਸੱਜਣ ਸਭ ਜਾਮ। ਇਹ ਸਭ ਭਾਈ ਜਾਮ ਨਾ ਹੁੰਦੇ, ਜੰਮਣ ਮਰਨ ਵਾਲੇ ਜਾਂ ਚਲੇ ਜਾਣ ਵਾਲੇ, ਕੋਈ ਸਾਥ ਨਹੀਂ ਦੇਣ ਵਾਲੇ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਇਸ ਕਰਕੇ ਉਹ ਬੇਨਤੀਆਂ ਕਰੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਾਮ ਦੇ ਨਾਲ ਗੁਰਤਾ ਗੱਦੀ 'ਤੇ ਸਥਿਤ ਹੋਏ। ਫਰਮਾਉਂਦੇ ਹਨ ਨਾਨਕ ਕੀ ਬੇਨੰਤੀ, ਇਉਂ ਕਰੋ ਕਿ ਮਹਾਰਾਜ ਮੇਰੀਆਂ ਬੇਨਤੀਆਂ ਆਪਣੇ ਚਰਨਾਂ ਵਿੱਚ ਕਰ ਕਿਰਪਾ ਦੀਜੈ ਨਾਮ, ਆਪ ਕਿਰਪਾ ਕਰੋ। ਤੁਹਾਡਾ ਹੀ ਨਾਮ ਹੈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ, ਜਿਸਨੂੰ ਦੇ ਸੋ ਹਰ ਤਨ ਲੱਦ ਚਲਾਈ। ਇਸ ਹਰ ਤਨੇ ਕਾ ਟੋਟਾ ਕਦੇ ਨਾ ਆਵੀ, ਜਨ ਨਾਨਕ ਕਾ ਗੁਰ ਸੂਝੀ ਪਾਈ। ਵਾਹਿਗੁਰੂ ਦਾ ਨਾਮ ਹੈ, ਉਹ ਦੇਣ ਵਾਲਾ ਹੈ। ਕਰ ਕਿਰਪਾ ਦੀਜੈ ਨਾਮ, ਇਸ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰੋ। ਇਹ ਨਹੀਂ ਵੀ ਉਹ ਰਾਮ ਰਾਮ ਕਰਿਆ ਕਰ ਜਾਏ, ਇਹ ਨਾਮ ਨਹੀਂ ਦੇਤਾ। ਉਹ ਕਹਿੰਦੇ ਰਾਮ 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 ਰਾਮ, ਜਾਂ ਹਰੇ 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 ਹਰੇ, ਜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਕਰੀ ਚਲੋ। ਉਹਦੇ ਵਿੱਚ ਫੇਰ ਇਹ ਤਾਂ ਹੈਗਾ ਆਪਣੇ ਅੱਖਰਾਂ ਤੋਂ ਜਾਂ ਧੁਨੀ ਰੂਪ ਦੇ ਵਿੱਚ ਇੱਕ ਆਪਣੇ ਫੇਰ ਸਵਾਸਾਂ ਦੀ ਗੱਲ ਹੈ, ਕਿਉਂ ਸਵਾਸਾਂ ਦਾ ਸੰਬੰਧ ਹੈ ਗਲੇ ਨਾਲ ਵੀ। ਆਪਣੇ ਉਦਾਨ ਵਾਯੂ ਜਿਹੜੀ ਹੈ, ਫਿਰ ਹਿਰਦੇ ਦਿਲ ਤੇ ਫੇਫੜਿਆਂ ਦੇ ਵਿੱਚ ਪ੍ਰਾਣ ਹੈ। ਇਹ ਸਾਰੀਆਂ ਵਾਯੂਆਂ ਦੇ ਨਾਮ ਨੇ। ਜਦੋਂ ਇਹਨਾਂ ਦੇ ਨਾਲ ਮਿਲ ਕੇ ਹੋਈ ਵੀ ਜਾਵੇ ਫਿਰ ਰਸ ਨਾ ਬਣੇ। ਚਲੀ ਚਲੋ ਫਿਰ ਨਹੀਂ, ਉਦੋਂ ਸਮਝ ਲਓ ਹਾਲੇ ਫਿਰ ਉਹਨਾਂ ਚਰਚਾ ਖੁਸ਼ੀ। ਹਾਂ ਉਹ ਵੀ ਮਹਾਰਾਜ ਮਨ ਵੀ ਟਿਕਦਾ ਤੇ ਰਸ ਵੀ ਬਖਸ਼ੋ। ਬੇਨਤੀਆਂ ਕਰਨੀਆਂ ਆਪਣਾ ਜਿੰਨਾ ਕੁ ਵਾਹਿਗੁਰੂ ਕਹਿੰਦਾ ਤੂੰ ਜੋਰ ਲਾ ਤਾਂ ਸਹੀ ਜੋਰ, ਜਿੰਨਾ ਕੁ ਤੈਨੂੰ ਅਧਿਕਾਰ ਦਿੱਤਾ ਜਪ ਤਾਂ ਸਹੀ, ਉਦਮ ਤਾਂ ਕਰ, ਉਹ ਕਰਨਾ ਹੈ। ਫਿਰ ਓਟ ਉਹਦੀ ਲੈਣੀ ਹੈ ਕਿ ਮਹਾਰਾਜ ਤੁਹਾਡਾ ਹੀ ਆਸਰਾ ਹੈ ਸਭ ਚੀਜ਼।
कर कृपा दीजै कर कृपा दीजै हर नाम। अच्छा, ਉਹ ਨਾਮ ਜਿਹੜਾ ਵਾਹਿਗੁਰੂ ਦੇ ਨਾਲ ਜਿਵੇਂ ਆਪਣਾ ਨਾਮ ਸਰੀਰ ਦਾ ਆਪਣੇ ਥਾਂ ਰਹਿੰਦਾ, ਵਾਹਿਗੁਰੂ ਦੇ ਨਾਲ ਰਹਿੰਦਾ, ਨਾਲੇ ਉਹਦਾ ਗਿਆਨ ਕਰ ਦਿੰਦਾ, ਨਾਲੇ ਉਹਦੇ ਚ ਲੀਨ ਕਰ ਦਿੰਦਾ। ਇਹ ਵਾਹਿਗੁਰੂ ਦੇ ਨਾਮ ਦਾ ਤੇ ਜਿੱਡਾ ਵੱਡਾ ਵਾਹਿਗੁਰੂ ਦਾ ਵੱਡਾ ਨਾਂ ਹੈ ਉਹਦਾ, ਸਾਰੇ ਥਾਂ ਦੇ ਵਿੱਚ ਹੈ, ਸਾਰੇ ਦਾ ਹੀ ਬੋਧ ਕਰਾ ਦਿੰਦਾ। ਪਰ ਜਿੰਨੀ ਸਾਡੀ ਬੁੱਧੀ ਕੰਮ ਕਰਨੀ ਉਨੀ ਕੁ ਹੋਣੀ ਹੈ, ਸਾਰੇ ਦਾ ਅੰਤ ਤਾਂ ਲੈ ਨਹੀਂ ਸਕਦੇ। ਆ ਤਾਰੇ ਰਾਤ ਨੂੰ ਦੇਖੋ ਸਾਫ਼ ਹੋ ਗਏ ਆਕਾਸ਼, ਜਿਨ੍ਹਾਂ ਦੀ ਨਿਗਾਹ ਚੰਗੀ ਹੈ ਉਹ ਦੇਖੋ ਕਿੰਨੇ ਬਰੀਕ ਤੋਂ ਬਰੀਕ, ਅੱਗੇ ਤੋਂ ਵੀ ਪਤਾ ਲੱਗਦਾ ਕੋਈ। ਇਹ ਵਾਹਿਗੁਰੂ ਦੀ ਕੁਦਰਤ ਦਾ ਹੀ ਨਹੀਂ ਪਤਾ ਲੱਗਦਾ ਤੇ ਦੂਸਰੇ ਦਾ ਕੀ ਬੋਲਣਾ। ਕਰ ਕਿਰਪਾ ਦੀਜੈ ਨਾਮ, ਇਸ ਤਰ੍ਹਾਂ ਫਿਰ ਉਹ ਉੱਥੇ ਪਹੁੰਚਾ ਦੇਗਾ ਅੱਗੇ ਤੋਂ ਅੱਗੇ। ਫਿਰ ਉਹਦੀਆਂ ਨਾਮ ਦੀਆਂ ਵੀ ਹੈਗੀਆਂ ਵਿਵਸਥਾ ਨੇ ਸਾਰੀਆਂ, ਗੁਰਮੁਖ ਰੋਮ ਰੋਮ ਸਭ ਪਤਾ, ਸਾਰੇ ਉਹ ਚਾਹੁੰਦੇ ਨੇ। ਇਸ ਲਈ ਸਰਗੁਣ ਦੀਆਂ ਅਵਸਥਾ ਜੇ ਭਾਈ ਕਨ੍ਹਈਆ ਜੀ ਦੀ ਸੀ ਉਹਨੂੰ ਸਾਰੇ ਹੀ ਦਿਸਦੇ ਸੀ ਗੁਰੂ ਮਹਾਰਾਜ ਜੀ ਹੈ। ਕਰ ਕਿਰਪਾ ਦੀਜੈ ਨਾਮ। ਚਲੀਏ ਜੀ। हर मेलो स्वामी संग प्रभ जिसका नेचल धाम। हर मेलो स्वामी संग प्रभ जिसका नेचल धाम। हर मेलो स्वामी संग प्रभ। हाँ हमारा हर मेलो स्वामी संग प्रभ जिसका नेचल धाम है। गुरु महाराज के चरणा च अरदास है भी ਉਹਦੇ ਨਾਲ ਮਿਲ ਲਓ जिसका अचल कर है। अचल मूर्त अनपौ प्रकाश स्वरूप है। अबचल नगर गोविंद गुरु का। चलिए जी। चेत गोविंद आराधिया होवा आनंद कना। ये तो है जी मंगल अखीर ते हुंदा स्तोत्र। ਉਹਦੇ ਕਾਰਨ ਕਰਨ ਦੇ ਵੀ ਕੀ ਹੈ, ਵਿਘਨਾਂ ਦਾ ਨਾਸ਼ ਹੋਵੇ, ਮਨ ਟਿਕੇ, ਹੋਰ ਰੁਕਾਵਟਾਂ ਨਾ ਪੈਣ, ਤੇ ਜਾਂ ਨਾਸਕ ਭਾਵ ਦੀ ਨਿਵਰਤੀ ਵਾਸਤੇ ਮੰਗਲ ਨਾ ਕੀਤਾ ਹੋਵੇ ਤਾਂ ਨਾਸਕ ਹੋਊਗਾ। ਇਹਨੇ ਕੀ ਪੜ੍ਹ ਕੇ ਲੈਣਾ। ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ। ਚੇਤ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਵੀ ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਕਰੋ, ਚਿੰਤਨ ਕਰੋ। ਇਹ ਮਨ ਹਰ ਜੀ ਤੈਤ ਇੱਕ ਮਨ ਇੱਕ ਚਿੱਤ ਪਾਏ। ਮਨ ਦੇ ਹੋਰ ਪੁਰਨੇ ਨਾ ਹੋਣ, ਇੱਕ ਚਿੱਤ ਹੋਵੇ, ਚਿੱਤ 'ਚ ਹੋਰ ਚਿੰਤਾ ਚਿਤਰਣੀਆਂ ਨਾ ਹੋਣ, ਤੇ ਨਾਲ ਹੋਵੇ ਪ੍ਰੇਮ। ਗੁਰਮੁਖ ਹੋ ਕਹਿੰਦਾ ਵੀ ਤੁਸੀਂ ਆਖੇ ਜੀ ਮਨ ਨਹੀਂ ਟਿਕਦਾ, ਪਹਿਲਾਂ ਆਖੇ ਮੂਲ ਮੰਤਰ ਤੁਸੀਂ ਜਾ ਕੇ ਗੁਰੂ ਮਹਾਰਾਜ ਦੇ ਕਹਿੰਦੇ ਅਨੁਭਵ ਦੇ ਵਿੱਚ ਪੁੱਛਦੇ ਵੀ ਕੀ। ਗੁਰੂ ਮਹਾਰਾਜ ਕਹਿੰਦੇ ਨੇ ਇਹ ਭਾਵੇਂ ਤੁਸੀਂ 27 108 ਬਣ ਕੇ ਹੁੰਦੇ, ਭਾਵੇਂ 27 ਵਾਰ ਤੁਸੀਂ ਮੂਲ ਮੰਤਰ ਕਰੋ, ਪਰ ਤੁਸੀਂ ਦੇਖੋ ਵੀ ਮੇਰਾ ਮਨ ਕਿਤੇ ਬਾਹਰ ਤਾਂ ਨਹੀਂ ਗਿਆ ਇੱਕ ਵਾਰੀ ਕਹਿਣ ਚੋਂ। ਜੇ ਨਹੀਂ ਗਿਆ ਤੇ ਉਨੀ ਵਾਰੀ ਫੇਕੋ। ਇਉਂ ਕੋਈ ਬਹੁਤਾ ਨਹੀਂ ਜਾਂ ਹੱਥ ਨਾਲ ਕਹਿੰਦੇ ਨੇ। ਤੇ ਜੇ ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਉਹਦਾ ਫਿਰ ਅੰਤ ਪਾਰਾਵਾਰ ਹੀ ਨਹੀਂ। ਉਹਨਾਂ ਨਾਲੇ ਮਨ ਟਿਕਿਆ ਰਹਿੰਦਾ, ਨਾਲੇ ਉਸ ਆਨੰਦ 'ਚ ਕਰੀ ਜਾਂਦਾ। चेत गोविंद आराध्य गो इंद्रियों का जो प्रकाश साक्षी चेता केवल निर्गुण अस्य ऐसा है या गो बाणी करके जानने योग है। चेत गोविंद आराध्य होवे आनंद कणा। असी कहने भी बहुत एक रस कदे आनंद होवे ही ना। जैसे सारे सुन का भी आनंद हैगा, रसां का भी आनंद हैगा है, स्पर्श का भी आनंद हैगा है, पर स्पर्श का आनंद जोड़ा है वह वाहिगुरू भी वो बहुत चिर नहीं रहा। खाण पीण का भी वो आनंद नहीं रहा, तो फिर दुख रूप भी हो जाते हैं। इस करके एक रस कणा ते दुख तो रहत आनंद स्वरूप आप है वो महाराज प्राप्त होवे सानू। चलिए। सत जना मिल पाइए रसना नाम बना। ये मिलता किमें आनंद जा प्राप्त किने संत जना मिल पाइए जिन्हों ने विकार नाश हुए है। श्री गुरु शब्द कमाए जिन जीते पंच विकार गुरु के शब्दों कमा के पंजे विकारा जित लिया। तिन संतन को बंधना सिर चंदन पड़ता। संत जना मिल पाइए ऐसे गुरु साड़ी सत्संगत दे विच मिल करके जिन्होंने श्वास वास ते मन भी उत्थे टिकिया रहिंदा, आनंद स्वरूप की साक्षात्ता है, उन्हां नाल मिल के पाईदा है। होर किते खोटे पुरुषां नाल मिल के थोड़ा पाउणा।
ਸੰਤ ਜਨਾ ਮਿਲ ਪਾਈਐ। ਰਸਨਾ ਨਾਮ ਬਣਾ। ਤੇ ਉਹ ਸੰਤ ਕੀ ਦੱਸਦੇ ਨੇ ਜੀ, ਮਹਾਰਾਜ ਤੁਸੀਂ ਗੁਰੂ ਸਰੂਪ ਹੋ ਤੇ ਹਮੇਸ਼ਾ ਉਪਦੇਸ਼ ਦਿਓ, ਆਪ ਸਾਰਿਆਂ ਨੂੰ ਸੰਤ ਬਣਾਉਣ ਵਾਲੇ ਹੋ, ਤੇ ਰਸਨਾ ਨਾਮ ਬਣਾ। ਉਹ ਸੰਤ ਕਹਿੰਦੇ, ਗੁਰੂ ਮਹਾਰਾਜ ਜੀ ਕਹਿੰਦੇ ਵੀ ਰਸਨਾ ਜਾਂ ਪੰਜ ਪਿਆਰੇ ਰਸਨਾ ਤੋਂ ਜਪਣਾ ਸ਼ੁਰੂ ਕਰ ਦਿਓ। ਕਹਿੰਦੇ ਜਪਿਆ ਨਹੀਂ ਜਾਂਦਾ। ਰਸਨਾ ਨਾਮ ਪਣਾ ਉੱਥੋਂ ਉਚਾਰਨ ਸ਼ੁਰੂ ਕਰਦੇ, ਰਸਨਾ ਜਪਤੀ ਤੁਹੀ ਤੁਹੀ ਮਾਤ ਗਰਭ ਤੁਮ ਹੀ ਪ੍ਰਤਪਾਲ ਮ੍ਰਿਤ ਮੰਡਲੀ ਤੁਹੀ। ਚਲੀਏ, ਜਿਨ ਪਾਇਆ ਪ੍ਰਭ ਆਪਣਾ। ਉਹਦੇ ਵਿੱਚ ਸੂਤਰ ਰੂਪ ਦੇ ਵਿੱਚ ਹੋਰ ਤਾਂ ਦੱਸਿਆ ਹੈ ਵੀ ਰਸਨਾ ਤੋਂ ਬੋਲੋ, ਕੰਨਾਂ ਨਾਲ ਸੁਣੋ। ਸੁਣਨ ਵਾਲਾ ਅੰਦਰ ਮਨ ਹੈ, ਉਹਨੂੰ ਨਾ ਭਜਣ ਦੇਣਾ। ਰਸਨਾ ਨਾਮ ਪਣਾ ਕੇ ਜਿਨ ਪਾਇਆ ਪ੍ਰਭ ਆਪਣਾ। ਇਸ ਤਰ੍ਹਾਂ ਜਿਨ੍ਹਾਂ ਨੇ ਅੱਗੇ ਤੋਂ ਅੱਗੇ ਕਰਦੇ ਆ ਵਾਸਾ ਖੁੱਲ੍ਹਦੇ ਆਪਣੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਸਮਰੱਥ ਨੂੰ ਪਾ ਲਿਆ। ਆਏ ਤਿਸੈ ਗਣਾ। ਉਹਨਾਂ ਦਾ ਆਇਆ ਹੋਇਆ ਇਸ ਮਨੁੱਖਾ ਦੇਹ ਦੇ ਵਿੱਚ ਵਾਹਿਗੁਰੂ ਦੀ ਗਿਣਤੀ ਵਿੱਚ ਹੈ ਪ੍ਰਵਾਨਗੀ। ਪ੍ਰਵਾਨਗੀ ਦੀ ਗਿਣਤੀ ਵਿੱਚ ਹੈ ਵੀ ਇਹ ਪ੍ਰਵਾਨ ਹੈ। ਸਫਲਤਾ ਹਮ ਕੋ ਗਣੀਏ। ਜਿਹੜਾ ਰਸਨਾ ਤੋਂ ਇਸ ਤਰ੍ਹਾਂ ਉਚਾਰਨ ਕਰਦਾ ਕਰਦਾ ਤੇ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੁੰਦਾ ਹੈ। ਚਲੋ, ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਪੂਰਨ ਵੈਰਾਗ, ਪੂਰਨ ਇੱਛਾ, ਪੂਰਨ ਪ੍ਰੇਮ ਦੀ ਵਿਵਸਥਾ ਹੈ। ਇੱਕ ਖਿਨ ਤਿਸ ਬਿਨ ਜੀਵਨਾ। ਇੱਕ ਖਿਨ ਮਾਤਰ ਵੀ ਜਿਹੜਾ ਉਸ ਤੋਂ ਬਿਨਾਂ ਜੀਵਣਾ ਹੈ, ਐਸਾ ਵੈਰਾਗ ਪ੍ਰੇਮ ਹੋਵੇ। ਹਾਂਜੀ, ਬਿਰਥਾ ਜਨਮ ਜਣਾ। ਸਮਝ ਲਓ ਜਿੰਨਾ ਵੀ ਇਹ ਜਨਮ ਹੈ ਲੈ ਕੇ ਤੇ ਉਹ ਵਿਅਰਥ ਹੀ ਚਲਾ ਗਿਆ, ਜੇ ਕਰਕੇ ਇੱਕ ਛਿਨ ਦੇ ਵਿੱਚ ਵੀ ਉਹ ਭੁੱਲਦਾ ਹੈ ਵਾਹਿਗੁਰੂ ਪਰਮੇਸ਼ਰ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਉਹ ਜੀਵਨ ਨਿਸਫਲ ਹੀ ਹੈ ਤੇ ਉਹ ਵਾਹਿਗੁਰੂ ਕਹਿੰਦੇ ਰਹਿੰਦਾ ਕਿੱਥੇ ਹੈ? ਇਸ ਨੇ ਕਿਸ ਭਾਵਨਾ ਦੇ ਨਾਲ ਜਲਾਂ ਵਿੱਚ ਵੀ, ਛਲਾਂ ਵਿੱਚ ਵੀ, ਜਲ ਥਲ ਮਹੀਲ ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਰਵਿਆ ਵਿੱਚ ਬਣਾ। ਤੇ ਅੱਗੇ ਬਣ ਹੈ, ਜੰਗਲ ਹੈ, ਹੋਰ ਹੈ, ਕੱਖ ਹੈ, ਵਨ ਤਿੰਨ ਪਰਬਤ ਹੈ, ਪਾਰ ਬ੍ਰਹਮ। ਇਸ ਲਈ ਵਨ ਸਰੀਰ ਹੈ ਤੇ ਉਹਨਾਂ ਦੇ ਵਿੱਚ ਕੱਖਾਂ ਵਾਂਗ ਇੰਦਰੀਏ ਸਾਰਿਆਂ ਦੇ ਵਿੱਚ ਹੀ ਉਹ ਰਵਿਆ ਹੋਇਆ ਹੈ। ਸੋ ਪ੍ਰਭ ਚਿਤਨ ਆਵਈ ਕਿਤੜਾ ਦੁੱਖ ਗਣਾ। ਵੇਖ ਲਓ ਵੀ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਚੇਤੇ ਨਹੀਂ ਨਾ ਆਉਂਦਾ ਤੇ ਚੇਤੇ ਨਹੀਂ ਆਉਂਦਾ ਤੇ ਫਿਰ ਅੱਗੇ ਇਹ ਸੰਸਾਰਿਕ ਚੀਜ਼ਾਂ ਵਿੱਚ ਅਸੀਂ ਲੱਗ ਜਾਂਦੇ ਹਾਂ, ਭੁੱਲਦੇ ਭੁੱਲਦੇ ਬਹੁਤ ਦੂਰ ਹੋ ਜਾਂਦੇ ਹਾਂ। ਤੇ ਫਿਰ ਭਾਈ ਦੁੱਖ ਆਉਂਦੇ ਨੇ, ਦੁੱਖ ਆਉਂਦੇ ਹੈ ਤੇ ਉਹ ਕਿਸੇ ਦਵਾਈਆਂ ਨੇ ਨਹੀਂ ਹਟਦੇ। ਹੋਰ ਫੇਰ ਕਹਿੰਦੇ ਵਾਹਿਗੁਰੂ ਦੀ ਸ਼ਰਨ ਲਓ। ਉਹ ਦੁੱਖ ਗਿਣੇ ਨਹੀਂ ਜਾਂਦੇ। ਫਿਰ ਇੱਥੇ ਹੀ ਨਹੀਂ, ਸਿਰਫ ਮਨੁੱਖਾ ਦੇ ਵਿੱਚ ਹੀ ਕਰਮ ਕੀਤੇ, ਅੱਗੇ 84 ਲੱਖ ਜੂਨਾਂ ਦੇ ਵਿੱਚ ਪੈਂਦਾ ਹੈ। 18 ਨਰਕ ਮੰਨੇ ਹੋਏ ਨੇ, ਉਹਨਾਂ ਦੇ ਵਿੱਚ ਪੈਂਦਾ ਹੈ। ਐਸੇ ਹੀ ਜਿਹੜਾ ਹਰ ਵੇਲੇ ਰੋਗੀ ਰਹਿੰਦਾ ਹੈ ਜਾਂ ਕੁਸ਼ਟ ਰੋਗ ਉਹਦਾ ਹਟਦਾ ਨਹੀਂ ਹੈ, ਉਹ ਨਰਕ ਹੀ ਹੈ। ਸੋ ਪ੍ਰਭ ਚਿਤਨ ਆਵਈ ਕਿਤੜਾ ਦੁੱਖ ਗਣਾ। ਕਿੰਨਾ ਕੁ ਦੁੱਖ ਉਹ ਗਿਣਤੀ ਹਿਸਾਬ ਕਰੀਏ, ਬਹੁਤ ਬੇਨਤੀ ਹੈ। ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਬੜੇ ਪ੍ਰੇਮ ਦੇ ਨਾਲ, ਪ੍ਰੇਮ ਦੇ ਵਿੱਚ ਰਚ ਕੇ ਰਵਣਾ ਹੁੰਦਾ ਹੈ। ਜਿਸ ਤਰ੍ਹਾਂ ਕੋਈ ਚੀਜ਼ ਹੈ, ਆਟਾ ਗੁੰਡੇ ਤੇ ਪਾਣੀ ਪਾ ਦੇ ਵਿੱਚ ਹੀ ਮਿਲ ਜਾਂਦਾ ਤੇ ਜਾਂ ਕੱਪੜਾ ਉਹਦਾ ਰੰਗ ਹੈ ਜਿਹੜਾ ਨਾ, ਉਹ ਤਨ ਤਨ ਦੇ ਵਿੱਚ ਰਲ ਜਾਂਦਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਉਹਨਾਂ ਨੇ ਭਾਈ ਮਣਾ ਮੂੰਹ ਭਾਗ ਨੇ, ਬੇਅੰਤ ਬੇਅੰਤੀ ਵੱਡੇ ਉਹਨਾਂ ਦੇ ਉੱਤਮ ਭਾਗ ਨੇ। ਭਾਗ ਕੀ ਕਰਮ ਉਹਨਾਂ ਦੇ ਅੱਛੇ ਬਣ ਗਏ ਹੈ। ਸਾਰਿਆਂ ਦੇ ਨਾਲੋਂ ਅੱਛੇ ਕਰਮਾਂ ਕਰਕੇ ਕੀ ਹੁੰਦਾ? ਸੁਖ ਹੁੰਦਾ, ਆਨੰਦ ਹੁੰਦਾ ਹੈ। ਉਹ ਵਾਹਿਗੁਰੂ ਦਾ ਚਿੰਤਨ, ਧਰਮ ਜਾਂ ਹੋਰ ਸਾਰੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਦੇ ਤਿੰਨਾ ਭਾਗ ਮਣਾ। ਉਹਨਾਂ ਦੇ ਮਣਾ ਭਾਗ ਨੇ, ਬਹੁਤ ਅੱਛੇ ਭਾਗ ਹੈ, ਉੱਤਮ ਹੈ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਹੁਣ ਹੈ ਵੀ ਵਾਹਿਗੁਰੂ ਦੇ ਦਰਸ਼ਨ ਹੋ। ਇੱਕ ਤਾਂ ਨਿਰਗੁਣ ਸਰੂਪ, ਸਤਿਰੂਪ, ਸਚਿਤ ਆਨੰਦ ਸਰੂਪ ਹੈ। ਦੂਸਰਾ ਹੈ ਆਪਣੀ ਭਾਵਨਾ ਦੇ ਅਨੁਸਾਰ ਜੈਸੇ ਦਸੋ ਸਰੂਪ ਧਾਰਨ ਕੀਤੇ ਹੈ। ਹੁਣ ਤਾਂ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਹੈ ਤੇ ਅਸੀਂ ਨਹੀਂ ਜਾਣ ਸਕਦੇ ਵੀ ਇਹ ਕੌਣ ਫਿਰਦਾ। ਨਹੀਂ ਜਾਣ ਜਾਈ ਕਛੂ ਰੂਪ ਰੇਖ।
ਕਹਾਂ ਵਾਸਤਾ ਕੋ ਫਿਰੇ ਕੌਣ ਪੀਸ। ਇਸ ਕਰਕੇ ਜਿਹੜੇ ਗੁਰਮੁਖ ਭਾਵਨਾ ਦੇ ਅਨੁਸਾਰ ਹੈ, ਅੱਗੇ ਸ਼ਲੋਕ ਸਮੀਰ ਸਰੂਪ ਸੂਰਜ ਮੁਕਤੀਆਂ ਵੀ ਨੇ, ਉੱਥੇ ਵੀ ਹੈਗਾ ਸਹੀ ਨੇ ਜੈਸੀ ਭਾਵਨਾ ਨਾਲ ਕੋਈ ਕਰਦਾ ਹੈ। ਤੇ ਇਸੀ ਪੰਕਤੀ ਦਰਸ਼ਨ ਕੋ ਹਰ ਦਰਸ਼ਨ ਕੋ ਮਨ ਲੋਚਦਾ। ਉਹ ਵਾਹਿਗੁਰੂ ਦੇ ਦਰਸ਼ਨਾਂ ਨੂੰ ਮਨ ਜਿਹੜਾ ਨਾ ਸਾਡਾ ਬਹੁਤ ਚਾਹੁੰਦਾ ਹੈ ਵੀ ਦਰਸ਼ਨ ਹੋਣ। ਨਾਨਕ ਪਿਆਸ ਮਨਾ। ਉਹ ਭਾਵਨਾ ਸ਼ਰਧਾ ਤੇ ਪ੍ਰੇਮ ਤੇ ਨਿਸ਼ਚਾ ਤੇ ਵੈਰਾਗ, ਇਹ ਸਾਰੀਆਂ ਦੇ ਨਾਲ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਨਾਨਕ ਪਿਆਸ ਮਨਾ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਉਹ ਬੇਨਤੀਆਂ ਕਰੋ ਕਿ ਮਹਾਰਾਜ ਸਾਡੇ ਮਨ ਦੇ ਵਿੱਚ ਜਿਵੇਂ ਕੋਈ ਗਰਮੀ ਦੀ ਰੁੱਤ ਹੋਵੇ, ਬਹੁਤ ਤੇਲ ਲੱਗੀ ਹੋਵੇ ਨਾ, ਇਸ ਨੂੰ ਸਾਡੇ ਮਨ ਦੇ ਵਿੱਚ ਬਹੁਤ ਇੱਛਾ ਹੈ ਦਰਸ਼ਨਾਂ ਦੀ। ਕਰ ਦਿਓ। ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਫਿਰ ਰੂਪ ਕਰਮ ਉਪਸੰਗਾਰ ਰੂਪ ਯੁਕਤੀ ਦੁਆਰਾ ਸਮਾਪਤ ਕਰਦੇ ਨੇ। ਚੇਤ ਮਿਲਾਏ ਸੋ ਪ੍ਰਭੂ। चेतना है तो चेतन है जिस दिन में प्राणी सिन चिन्ह विहार है फूटे कटनियों पानी। हर गुण काहे न गावी मूर्ख अज्ञाना। ये मन ਨੂੰ ਸਮਝਾਉਣਾ ਇਹਨਾਂ ਪੰਕਤੀਆਂ ਦੁਆਰਾ, ਸਿੱਖਿਆ ਦੁਆਰਾ। ਚੇਤ ਮਿਲਾਏ ਸੋ ਪ੍ਰਭੂ, ਜਿਹੜਾ ਉਸ ਨੂੰ ਮਿਲਾ ਦੇਵੇ ਉਹਦੇ ਚਰਨੀ ਲੱਗੀਏ ਨਿਮਰਤਾ ਦੇ ਨਾਲ, ਸ਼ਰਧਾ ਦੇ ਨਾਲ। ਚਰਨੀ ਕੀ ਲੱਗ ਜਾਣਾ, ਆਪਣਾ ਹੁੰਦਾ ਨਾ ਮੱਥਾ ਟੇਕਣਾ। ਮਨ ਬੁੱਧ ਸਭ ਕੁਛ ਅਰਪਣ ਕਰਕੇ ਉਹਦੇ ਅਨੁਸਾਰ ਹੋ ਕੇ ਚੱਲੀਏ। ਇਹ ਹੁੰਦੇ ਹੈ ਸ਼ਬਦ ਬਿਰਤੀਆਂ ਦੁਆਰਾ। ਇਹਨਾਂ ਦੇ ਅੱਗੇ ਤੋਂ ਅੱਗੇ ਸ਼ਕਤੀ ਲਕਸ਼ਣਾ, ਅੱਗੇ ਉਹਦੇ ਬਹੁਤ ਸਾਰੇ ਭੇਦ ਹਨ, ਵਿਅੰਜਨਾ ਚਮਤਕਾਰੀ। ਉਹ ਇਹ ਸਾਰੇ ਸਤਿਗੁਰੂ ਸਾਹਿਬ ਜੀ ਦੇ ਪੂਰੇ ਕਰਕੇ ਸਭ ਕੁਛ ਪੂਰਾ, ਸਭ ਕੁਛ ਗੁਰਬਾਣੀ ਦਾ ਸੰਪੂਰਨ ਹੈ। ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ। ਕਾਫੀ ਸਮਾਂ ਹੋ ਗਿਆ ਹੈ ਭੁੱਲ ਚੁੱਕ ਦੀ ਖਿਮਾ ਕਰਨੀ। ਆਪ ਤਾਂ ਸੰਗਤਾਂ ਦੇ ਵਿੱਚ ਐਸੇ ਗੁਰਮੁਖ ਵੀ ਹਨ, ਚੜ੍ਹਦੀਆਂ ਤੋਂ ਚੜ੍ਹਦੀਆਂ ਅਵਸਥਾ ਵਾਲੇ। ਜਿੱਥੋਂ ਇਹ ਵਿਦਿਆ ਅਸੀਂ ਤਾਂ ਦੂਜਿਆਂ ਤੋਂ ਸਿੱਖ ਕੇ ਕਹਿੰਦੇ ਹਾਂ, ਉਹਨਾਂ ਨੂੰ ਅੰਦਰੋਂ ਹੀ ਵਾਹਿਗੁਰੂ ਪਰਮੇਸ਼ਰ ਸਾਖਿਆਤ ਰੂਪ ਹੋ ਕੇ ਉਹ ਤਤ ਸਰੂਪ ਹੀ ਸਪੂਰਨ ਕਰਾਈ ਜਾਂਦਾ ਹੈ। ਸੋ ਭਾਈ ਐਸੇ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਸਾਰੇ ਸਾਧ ਸੰਗਤ, ਇਹ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਹੈ। ਉਹ ਸੋ ਭੁੱਲ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਤੇ ਇਹ ਅਰਦਾਸ ਕਰੀਏ ਕਿ ਮਹਾਰਾਜ ਜਿਹੜਾ ਉਪਦੇਸ਼ ਹੈ ਸਾਡੇ ਮੰਨਣ ਵਿੱਚ ਆਵੇ ਤੇ ਸਾਡੀ ਧਾਰਨਾ ਵਿੱਚ ਆਵੇ ਤੇ ਸਾਡਾ ਪੰਚਾਕ ਗੁਰੂ ਏਕ ਧਿਆਨ ਮਹਾਰਾਜ ਤੁਹਾਡੇ ਦੇ ਵਿੱਚ ਹੀ ਧਿਆਨ, ਮਨ ਵੀ ਤੇ ਨੇਤਰ ਵੀ ਹੋਰ ਨਾ ਕੁਛ ਦੇਖਣ, ਕੰਨ ਵੀ ਹੋਰ ਨਾ ਸੁਣ। ਇਹ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਵਿਸਰ ਨ ਕਾਹੂੰ ਬੇਰੇ। ਸੋ ਸਮਾਂ ਕਾਫੀ ਹੋ ਗਿਆ ਹੈ। ਸਤਿਕਾਰਯੋਗ ਆਪਣੇ ਹੋਰ ਕਥਾ ਵਾਚਕ ਵਿਦਵਾਨ ਪੁੱਜੇ ਹੋਏ ਨੇ, ਆਲੇ ਦੁਆਲੇ ਕਥਾ ਵੀ ਕਰਦੇ ਨੇ, ਕੋਈ ਦੂਰ ਜਾਂ ਨੇੜੇ ਹੈ। ਆਪਣੇ ਗਿਆਨੀ ਕਪੂਰ ਸਿੰਘ ਜੀ ਹੈ, ਭਾਈ ਦੂਸਰੇ ਭੋਰਾ ਸਿੰਘ ਜੀ ਹੈ, ਗਿਆਨੀ ਹਰਭਜਨ ਸਿੰਘ ਜੀ ਆਏ ਹੋਏ ਨੇ, ਭਾਈ ਹਰਦੀਪ ਸਿੰਘ ਜੀ ਆਏ ਹੋਏ ਨੇ। ਸੋ ਸਾਰਿਆਂ ਦਾ ਭਾਈ ਧੰਤਾ ਯੋਗ ਨੇ। ਤੇ ਸਮਾਂ ਬਹੁਤਾ ਹੋਣੇ ਕਰਕੇ ਜੇ ਹੋਰ ਟਾਈਮ ਕੇ ਲਈ ਕਰੀਏ ਜਾਂ ਹੋਰ ਜੋ ਸੁਣਦੇ ਹੀ ਰਹਿੰਦੇ ਹੋ ਤੁਸੀਂ, ਇਸ ਕਰਕੇ ਇਹ ਇੱਥੇ ਹੀ ਸਮਾਪਤੀ ਕਰਦੇ ਅਤੇ ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।